कर लवां। ओके जी। मैं चाहूंगी प्रोग्राम शुरू करन तो पहले तुसी अपने किसी अच्छे जे शेयर दे नाल, पसंदीदा शेयर नाल शुरुआत करो, फिर ਅਸੀਂ ਅੱਗੇ ਵਧਾਂਗੇ। अच्छे जे किदे नाल? स्टिकर्स दे नाल? कोई शेयर सुनाओ, अपनी नज़म का कोई दो बंद सुना दो। जी जी जी, मैं सुनांदी हां जी। फिर ਅਸੀਂ ਅੱਗੇ ਚੱਲਾਂਗੇ, ठीक है। ਅੱਖੀਆਂ 'ਚ ਨੂਰ ਹੋਵੇ, ਦਿਲ 'ਚ ਸਰੂਰ ਹੋਵੇ। ਅੱਖੀਆਂ 'ਚ ਨੂਰ ਹੋਵੇ, ਦਿਲ 'ਚ ਸਰੂਰ ਹੋਵੇ। ਵੰਡ ਕੇ ਮੁਹੱਬਤਾਂ ਨੂੰ ਵੈਰ ਮਿਟਾਈਏ ਜੀ। बहुत वधिया। ਇਹਦਾ ਤੇ ਇਹੋ ਹੀ ਪੈਗਾਮ ਹੈ ਕਿ ਹਰ ਘਰ ਵਿੱਚ, ਹਰ ਦਿਲ ਵਿੱਚ ਮੁਹੱਬਤਾਂ ਦਾ ਵਾਸ ਹੋਵੇ। ਬਸ। बिल्कुल। आओ मुहब्बतां बनने अज ਅਸੀਂ ਆਪਣੀਆਂ। ਹਾਂਜੀ, ਅਸੀਂ ਤੇ ਮੁਹੱਬਤਾਂ ਹੀ ਵੰਡਣੀ ਹੈ। ਠੀਕ ਕਹਿ ਰਹੇ ਹੋ। ਸਾਰੀ ਦੁਨੀਆ ਨੂੰ ਬਸ ਇਹੋ ਦੱਸਣਾ ਹੈ ਕਿ ਮੁਹੱਬਤਾਂ ਨੂੰ ਹੀ ਵੰਡਣਾ ਚਾਹੀਦਾ ਹੈ। बिल्कुल। रोसे गिले शिकवे किन्ने रोसे की करके की लेना ਅਸੀਂ ਦੁਨੀਆ 'ਚ। ਆਪਸ ਦੇ ਵਿੱਚ ਪਿਆਰ ਮੁਹੱਬਤ ਨਾਲ ਰਹੀਏ, ਕਿੰਨਾ ਚੰਗਾ ਲੱਗਦਾ, ਕਿੰਨਾ ਖੁਸ਼ਗਵਾਰ ਮਾਹੌਲ ਬਣ ਜਾਂਦਾ। ਹਾਂਜੀ ਹਾਂਜੀ, ਠੀਕ ਕਹਿ ਰਹੇ ਹੋ। ਅੱਛਾ, ਤੁਸੀਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਬਾਰੇ ਦੱਸੋ ਕੁਝ ਚੰਦ, ਸੁਣਾਓ ਆਪਣੇ ਕੁਝ ਜੀ, ਜ਼ਿੰਦਗੀ ਦੇ ਲਮੇ। ਜ਼ਿੰਦਗੀ ਦੀ ਸ਼ੁਰੂਆਤ, ਮੇਰਾ ਜਨਮ ਜਿਹੜਾ ਹੈ ਉਹ ਦਿੱਲੀ ਵਿੱਚ ਹੋਇਆ ਤੇ बस मेरे पिताजी और मेरे माता जी, मेरे दादी जी, मेरे दादा जी, असी साडा परिवार सी। और मेरे पिता जी बहुत ज़्यादा अमीर नहीं सी उस वेले उन्हां दा हथ जिहड़ा सी वो इन्ना सौखा नहीं सी। ते बस मैं जदों जन्म लिया ते उस तो बाद मैं गरीबी नूं ही देखिया अपने नज़दीक। ਤੇ ਮੇਰੇ ਮਾਤਾ ਪਿਤਾ ਜਿਹੜੇ ਸੀ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ, ਬਹੁਤ ਜ਼ਿਆਦਾ ਪਿਆਰ ਕਰਦੇ ਸੀ ਮੇਰੇ ਮਾਤਾ ਪਿਤਾ। ਔਰ ਉਹਨਾਂ ਨੂੰ ਪੰਜਾਬ ਔਰ ਪੰਜਾਬੀਅਤ ਦੇ ਨਾਲ ਬਹੁਤ ਮੋਹ ਸੀ, ਬਹੁਤ ਜ਼ਿਆਦਾ ਲਗਾਵ ਸੀ। ਕਿਉਂਕਿ ਮੈਂ ਆਪ ਜੀ ਨੂੰ ਦੱਸਾਂ ਤੇ ਜਿਹੜੇ ਮੇਰੇ ਪਿਤਾ ਜੀ, ਉਹਨਾਂ ਦਾ ਜਨਮ ਖਾਸ ਅੰਮ੍ਰਿਤਸਰ ਸਾਹਿਬ ਜੀ ਦਾ ਹੈ ਤੇ ਇਸ ਕਰਕੇ ਉਹਨਾਂ ਦੇ ਦਿਲ ਵਿੱਚ ਸਿੱਖ ਧਰਮ ਵਾਸਤੇ ਔਰ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ ਬਹੁਤ ਜ਼ਿਆਦਾ ਮੋਹ ਸੀ। ਔਰ ਮੇਰੇ ਜਿਹੜੇ ਮਾਤਾ ਜੀ ਰਹੇ, ਹੁਣ ਤੇ ਇਸ ਦੁਨੀਆ ਵਿੱਚ ਨਹੀਂ ਹਨ ਮੇਰੇ ਮਾਤਾ ਪਿਤਾ। ਤੇ ਮੇਰੇ ਜਿਹੜੇ ਮਾਤਾ ਜੀ ਸੀ ਉਹ ਸਰਗੋਦਾ ਸ਼ਹਿਰ ਦੇ ਉਹਨਾਂ ਦਾ ਜਨਮ ਹੈ ਤੇ ਉਹਨਾਂ ਦੀ ਬੜੀ ਤਮੰਨਾ ਸੀ ਕਿ ਮੈਨੂੰ ਉਸ ਸਕੂਲ ਵਿੱਚ ਦਾਖਲ ਕਰਵਾਇਆ ਜਾਏ ਜਿੱਥੇ ਪੰਜਾਬੀ ਜ਼ਰੂਰ ਹੋਵੇ। ਪਰ ਹੁੰਦਾ ਉਹੀ ਹੈ ਜੋ ਕਿਸਮਤ ਵਿੱਚ ਹੁੰਦਾ ਹੈ। ਸਾਡੇ ਘਰ ਦੇ ਨਜ਼ਦੀਕ ਕੋਈ ਐਸਾ ਸਕੂਲ ਨਹੀਂ ਸੀ ਹੈਗਾ ਜਿੱਥੇ ਪੰਜਾਬੀ ਹੋਵੇ, ਪੰਜਾਬੀ ਪੜ੍ਹਾਈ ਜਾ ਰਹੀ ਹੋਵੇ। ਤੇ ਹਿੰਦੀ ਔਰ ਸੰਸਕ੍ਰਿਤ ਵਾਲੇ ਸਕੂਲ ਸੀ ਔਰ ਜਿਹੜਾ ਪੰਜਾਬੀ ਵਾਲਾ ਸਕੂਲ ਸੀ ਕਾਫੀ ਦੂਰ ਸੀ। ਮੈਂ ਕਾਫੀ ਛੋਟੀ ਸੀ ਤੇ ਮਤਲਬ ਇੰਨਾ ਅਸੀਂ ਅਫੋਰਡ ਨਹੀਂ ਸੀ ਕਰ ਸਕਦੇ ਕਿਉਂਕਿ ਇਕਨੋਮਿਕਲੀ ਇੰਨਾ ਨਹੀਂ ਸੀ ਹੈਗਾ ਉਸ ਵੇਲੇ। ਤੇ ਉਹਨਾਂ ਨੇ ਕਿਹਾ ਠੀਕ ਹੈ, ਤੁਸੀਂ ਮੰਮੀ ਜੀ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਪੰਜਾਬੀ ਘਰ ਸਿਖਾਣੀ ਹੈ ਤੇ ਇਹਨਾਂ ਨੂੰ ਅਸੀਂ ਸਕੂਲ ਵਿੱਚ ਦਾਖਲ ਕਰਵਾ ਦਿੰਦੇ ਹਾਂ। ਸਕੂਲ 12th ਤੱਕ ਹੈ, ਆਰਾਮ ਨਾਲ ਇੱਧਰ ਪੜ੍ਹਾਈ ਹੋਏਗੀ। ਤੇ ਬਸ ਇਸ ਤਰ੍ਹਾਂ ਦੀ ਮੇਰੀ ਸ਼ੁਰੂਆਤ ਹੋਈ ਬਿਨਾਂ ਪੰਜਾਬੀ ਦੇ। ਜਿਹੜੇ ਸਕੂਲ ਵਿੱਚ ਮੈਂ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਮੈਨੂੰ, ਜਿੱਥੇ ਕਿ ਹਿੰਦੀ ਔਰ ਸੰਸਕ੍ਰਿਤ ਔਰ ਇੰਗਲਿਸ਼ ਪੜ੍ਹਾਈ ਜਾਂਦੀ ਸੀ। ਤੇ ਇਸ ਗੱਲ ਦਾ ਨਾ ਬਹੁਤ ਜ਼ਿਆਦਾ ਮੇਰੇ ਮਾਤਾ ਔਰ ਪਿਤਾ ਦੇ ਮਨ ਵਿੱਚ ਥੋੜਾ ਹੁੰਦਾ ਸੀ ਕਿ ਸਾਡੀ ਜਿਹੜੀ ਬੇਟੀ ਉਹ ਪੰਜਾਬੀ ਨਹੀਂ ਇਹਨਾਂ ਨੂੰ ਆ ਰਹੀ। ਤੇ ਪੰਜਾਬੀ ਦੇ ਕਾਇਦੇ ਮੈਨੂੰ ਘਰ ਲਿਆ ਕੇ ਦਿੰਦੇ ਸੀ, ਸਿਖਾਉਂਦੇ ਸੀ ਮੈਨੂੰ ਘਰ
ਮੈਨੂੰ ਛੋਟੀਆਂ-ਛੋਟੀਆਂ ਸਾਖੀਆਂ ਦੀ ਕਿਤਾਬਾਂ ਲਿਆ ਕੇ ਦਿੰਦੇ ਸੀ ਕਿ ਤੁਸੀਂ ਹੁਣ ਇਹਨਾਂ ਨੂੰ ਪੜ੍ਹੋ। ਜਿਵੇਂ 2 ਮਹੀਨੇ ਦੀ ਛੁੱਟੀਆਂ ਨੇ, ਉਹਦੇ ਵਿੱਚ ਜ਼ਿਆਦਾ ਹੋ ਜਾਂਦਾ ਸੀ ਪੰਜਾਬੀ ਦੀ ਕਿਤਾਬਾਂ ਲਿਆਣਾ। ਤੇ ਫਿਰ ਬਸ ਇੱਕ ਖੁਸ਼ਕਿਸਮਤੀ ਦੇ ਨਾਲ ਜਦੋਂ ਮੈਂ 12th ਕਲਾਸ ਦੇ ਐਗਜ਼ਾਮਸ ਦੇ ਚੁੱਕੀ ਸੀ, ਤੇ ਤਦ ਸਾਡੇ ਘਰ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਵਿਖੇ ਪੰਜਾਬੀ ਦੀ ਕਲਾਸਿਸ ਲਗਵਾਉਣ ਦਾ ਪੰਜਾਬੀ ਅਕੈਡਮੀ ਦੀ ਤਰਫੋਂ ਪਹਿਲੀ ਵਾਰ ਉਪਰਾਲਾ ਕੀਤਾ ਗਿਆ। ਤੇ ਮੇਰੇ ਮੰਮੀ ਜੀ ਤੇ ਬਹੁਤ ਖੁਸ਼ ਹੋਏ। ਉਹ ਖੁਸ਼ ਹੋ ਕੇ ਘਰ ਆਏ। ਉਹ ਕਹਿੰਦੇ ਨੇ ਵੀ ਸਾਨੂੰ ਤੇ ਬਹੁਤ ਇਹ ਤੇ ਵਧੀਆ ਗੱਲ ਹੋ ਗਈ ਕਿ ਤੁਸੀਂ ਹੁਣ ਪੰਜਾਬੀ ਆਰਾਮ ਨਾਲ ਸਿੱਖ ਸਕਦੇ ਹੋ, ਕਿਉਂਕਿ ਇੱਕ ਟੀਚਰ ਦੇ ਨਾਲ ਸਿੱਖਣਾ ਉਹ ਅਲੱਗ ਗੱਲ ਹੁੰਦੀ ਹੈ ਰੈਗੂਲਰ ਬੇਸਿਸ ਤੇ ਤੁਸੀਂ ਜਾਓ ਪੰਜਾਬੀ ਸਿੱਖੋ। ਫਿਰ ਮੈਂ ਰੋਜ਼ ਉੱਧਰ ਜਾਂਦੀ ਸੀ ਔਰ ਸਵਾ ਮਹੀਨੇ ਦਾ ਉਹ ਕੋਰਸ ਕਰਵਾਉਂਦੇ ਨੇ, 2 ਮਹੀਨੇ ਦੀ ਛੁੱਟੀਆਂ ਵਿੱਚ ਚੱਲਦਾ। ਮੇਰਾ ਵੀ ਅਜੇ ਰਿਜ਼ਲਟ ਅਵੇਟਡ ਸੀ ਤੇ ਮੈਂ ਉੱਥੇ ਪੰਜਾਬੀ ਸਿੱਖੀ ਔਰ ਮੈਂ ਉੱਥੇ ਫਸਟ ਪੋਜੀਸ਼ਨ ਹਾਸਿਲ ਕੀਤੀ। ਮੇਰੇ ਮਾਤਾ ਜੀ ਬਹੁਤ ਖੁਸ਼ ਬਹੁਤ ਹੋਏ। ਵਧੀਆ। ਹਾਂਜੀ। ਤੇ ਬਸ ਫਿਰ ਉਸ ਤੋਂ ਬਾਅਦ ਸਫ਼ਰ ਸ਼ੁਰੂ ਹੋਇਆ। ਹੁਣ ਮੇਰੇ ਕੋਲ ਕੋਈ ਸਰਟੀਫਿਕੇਟ ਨਹੀਂ ਸੀ ਪੰਜਾਬੀ ਦਾ ਕਿ ਮੈਂ ਸਿੱਖ ਤੇ ਲਈ ਪੰਜਾਬੀ, ਪਰ ਮੇਰਾ ਐਡਮਿਸ਼ਨ ਜਿਹੜਾ ਹੋਇਆ ਗ੍ਰੈਜੂਏਸ਼ਨ ਵਿੱਚ, ਉਸ ਦੇ ਵਿੱਚ ਮੈਂ ਪੰਜਾਬੀ ਨਹੀਂ ਸੀ ਲੈ ਸਕਦੀ। ਫਿਰ ਮੈਂ ਗ੍ਰੈਜੂਏਸ਼ਨ ਕੀਤੀ BA ਪਾਸ ਕੋਰਸ, ਕਿਉਂਕਿ ਇਹ ਤੇ ਗੁਰਦੁਆਰੇ ਦਾ ਸਵਾ ਮਹੀਨੇ ਪੰਜਾਬੀ ਸਿੱਖ ਕੇ ਮੈਨੂੰ ਕਿਸਨੇ ਐਡਮਿਸ਼ਨ ਦੇਣਾ ਸੀ। ਫਿਰ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ। ਫਿਰ ਮੈਂ MA ਫਿਲਾਸਫੀ ਕੀਤਾ ਦਿੱਲੀ ਯੂਨੀਵਰਸਿਟੀ ਤੋਂ। ਤੇ MA ਫਿਲਾਸਫੀ ਕਰਨ ਤੋਂ ਬਾਅਦ ਫਿਰ ਮੈਂ ਬੈਚਲਰਸ ਆਫ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਸਾਇੰਸ ਦਾ ਕੋਰਸ ਕੀਤਾ, ਜਿਹੜਾ ਕਿ ਦਿੱਲੀ ਯੂਨੀਵਰਸਿਟੀ ਤੋਂ ਹੀ ਕੀਤਾ। ਤੇ ਉਸ ਤੋਂ ਬਾਅਦ ਮੇਰੀ ਜੌਬ ਲੱਗ ਗਈ ਸੀ। ਪਰ ਮੇਰੇ ਮਾਤਾ ਜੀ ਔਰ ਪਿਤਾ ਜੀ ਦੇ ਮਨ ਵਿੱਚ ਇਹ ਗੱਲ ਬਹੁਤ ਜ਼ਿਆਦਾ ਸੀ, ਇੱਕ ਕਿ ਇਹਨਾਂ ਨੂੰ ਪੰਜਾਬੀ ਜਿਹੜੀ ਹੈ, ਇਹਨਾਂ ਨੇ ਪੰਜਾਬੀ ਵਿੱਚ ਕੋਈ ਡਿਗਰੀ ਹਾਸਿਲ ਨਹੀਂ ਕੀਤੀ, ਉਸਨੂੰ ਜ਼ਿਆਦਾ ਸਿੱਖਿਆ ਨਹੀਂ, ਔਰ ਜਿੰਨਾ ਸਿੱਖਿਆ ਹੈ ਉਹ ਸਾਨੂੰ ਪਤਾ ਹੈ ਕਿਧਰੇ ਭੁੱਲ ਹੀ ਨਾ ਜਾਵੇ। ਉਹਨਾਂ ਨੂੰ ਲੱਗਦਾ ਸੀ ਕਿ ਪੰਜਾਬੀ ਜਿਹੜੀ ਹੈ ਸਾਡੀ ਮਾਂ ਬੋਲੀ ਹੈ, ਇਸ ਨੂੰ ਅਸੀਂ ਸਭ ਤੋਂ ਵੱਧ ਪਿਆਰ ਦੇਣਾ ਹੈ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇੰਨੀਆਂ ਕਿਤਾਬਾਂ ਪੜ੍ਹਦੇ ਹੋ, ਇੰਨੀਆਂ ਮੋਟੀਆਂ-ਮੋਟੀਆਂ, ਤੇ ਦੱਸੋ ਤੁਸੀਂ ਪੰਜਾਬੀ ਵਿੱਚ ਕੋਈ ਕੋਰਸ ਨਹੀਂ ਕੀਤਾ, ਤੇ ਤੁਸੀਂ ਪੰਜਾਬੀ ਵਿੱਚ ਵੀ ਕੋਈ ਕੋਰਸ ਕਰਦੇ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਤਾਂ ਫਿਰ ਮੈਂ ਪੰਜਾਬੀ ਵਾਸਤੇ ਦਿੱਲੀ ਯੂਨੀਵਰਸਿਟੀ ਗਈ। ਮੈਂ ਇਹੀ ਸੋਚਿਆ ਕਿ ਮੈਨੂੰ ਤੇ ਕਿੱਥੇ ਐਡਮਿਸ਼ਨ ਮਿਲਣਾ ਹੈ, ਸਰਟੀਫਿਕੇਟ ਕੋਰਸ ਕਰਨਾ ਪਏਗਾ, ਕਿਉਂਕਿ ਮੇਰੀ ਕੋਈ ਕੁਆਲੀਫਿਕੇਸ਼ਨ ਰਹੀ ਨਹੀਂ ਹੈ, ਨਾ ਸਕੂਲਿੰਗ ਨਾ ਮੇਰੀ ਗ੍ਰੈਜੂਏਸ਼ਨ ਵਿੱਚ। ਤਾਂ ਮੈਂ ਦਿੱਲੀ ਯੂਨੀਵਰਸਿਟੀ ਜਾ ਕੇ ਪੁੱਛਿਆ ਕਿ ਮੈਂ ਸਰਟੀਫਿਕੇਟ ਕੋਰਸ ਪੰਜਾਬੀ ਦਾ ਕਰ ਲੈਣੀ ਆ, ਔਰ ਫਿਰ ਉਸ ਤੋਂ ਬਾਅਦ ਮੈਂ ਪਾਸ ਕਰਕੇ ਤੇ MA ਵਿੱਚ ਐਡਮਿਸ਼ਨ ਹੋ ਸਕਦਾ ਹੈ ਮੇਰਾ। ਤੇ ਉਹਨਾਂ ਨੇ ਕਿਹਾ ਆਪ ਜੀ ਦਾ ਡਾਇਰੈਕਟ ਹੋ ਸਕਦਾ ਹੈ MA ਵਿੱਚ ਐਡਮਿਸ਼ਨ, ਅਗਰ ਇੱਕ ਆਲਰੇਡੀ ਆਪ ਜੀ ਪੋਸਟ ਗ੍ਰੈਜੂਏਟ ਹੋ ਤਾਂ ਡਾਇਰੈਕਟ ਹੋ ਜਾਏਗਾ। ਮੈਂ ਤੇ ਬੜੀ ਖੁਸ਼ ਹੋ ਗਈ। ਮੈਂ ਕਿਹਾ ਕਿਵੇਂ ਜੀ, ਦੱਸੋ। ਉਹਨਾਂ ਨੇ ਕਿਹਾ ਇੱਕ ਟੈਸਟ ਦੇਣਾ ਪੈਂਦਾ ਹੈ, ਤੇ ਉਹ ਟੈਸਟ ਹੁੰਦਾ ਹੈ 10th ਔਰ 12th ਦੇ ਲੈਵਲ ਦਾ, ਇੱਕ ਐਗਜ਼ਾਮ ਲੈ ਲੈਂਦੇ ਨੇ ਉਹ, ਤੇ ਅਗਰ ਉਹ ਮੈਂ ਕਲੀਅਰ ਕਰ ਲਿਆ ਤੇ ਫਿਰ ਮੇਰਾ ਐਡਮਿਸ਼ਨ ਹੋ ਜਾਏਗਾ, ਕਿਉਂਕਿ ਮੈਂ ਆਲਰੇਡੀ ਪੋਸਟ ਗ੍ਰੈਜੂਏਟ ਹਾਂ। ਤੇ ਸਾਡੀ ਤੇ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਤੇ ਮੈਂ ਉਸ ਟੈਸਟ ਨੂੰ ਕਲੀਅਰ ਕੀਤਾ। ਫਿਰ ਮੈਂ MA ਵੀ ਕੀਤਾ ਦਿੱਲੀ ਯੂਨੀਵਰਸਿਟੀ ਤੋਂ, ਤੇ MPhil ਵੀ ਕੀਤਾ। ਮੈਨੂੰ ਬਹੁਤ ਚੰਗਾ ਲੱਗਾ, ਔਰ ਬਸ ਮੇਰੇ ਮਾਤਾ ਜੀ ਔਰ ਪਿਤਾ ਜੀ ਬਹੁਤ ਖੁਸ਼ ਹੋਏ। ਔਰ ਤੁਹਾਡਾ ਲਿਖਤਾਂ ਦਾ ਸਫ਼ਰ, ਜਿਹੜਾ ਕਲਮੀ ਸਫ਼ਰ ਹੈ, ਉਹ ਕਦੋਂ ਸ਼ੁਰੂ ਹੋਇਆ? ਮੇਰਾ ਜਿਹੜਾ ਕਲਮੀ ਸਫ਼ਰ ਸੀ, ਕਿਉਂਕਿ ਮੇਰੇ ਮਾਤਾ ਜੀ, ਉਹਨਾਂ ਦਾ ਨਾਮ ਜੋਗਿੰਦਰ ਕੌਰ ਜੀ ਹੈ, ਔਰ ਮੇਰੇ ਪਿਤਾ ਜੀ ਉਹ ਸਰਦਾਰ ਬਲਵੰਤ ਸਿੰਘ ਜੀ। ਜਦੋਂ ਮੇਰੇ ਮਾਤਾ ਜੀ ਨੂੰ ਮੈਂ ਬਚਪਨ ਵਿੱਚ ਦੇਖਦੀ ਸੀ ਕਿ ਉਹ ਡਾਇਰੀ ਔਰ ਪੈਨ ਲੈ ਕੇ ਬੈਠ ਜਾਂਦੇ ਸੀ, ਲਿਖਦੇ ਰਹਿੰਦੇ ਸੀ ਕੁਝ। ਘਰ ਵਿੱਚ ਮੈਗਜ਼ੀਨਸ ਆਉਂਦੀਆਂ ਰਹਿੰਦੀਆਂ ਸੀ, ਕੋਈ ਨਾ ਕੋਈ ਲਿਟਰੇਰੀ, ਤੇ ਜਿਵੇਂ ਪ੍ਰੀਤ ਲੜੀ ਮੈਗਜ਼ੀਨ ਹੈ, ਉਹਨਾਂ ਨੂੰ ਬਹੁਤ ਅੱਛਾ ਲੱਗਦਾ ਸੀ ਪੜ੍ਹਨਾ। ਤੇ ਮੈਨੂੰ ਵੀ ਉਹਨਾਂ ਨੇ ਬਚਪਨ ਤੋਂ ਪੜ੍ਹਨ ਦੀ ਝਟਕ ਲਾਈ। ਭਾਵੇਂ ਮੈਨੂੰ ਪੰਜਾਬੀ ਨਹੀਂ ਸੀ ਆਉਂਦੀ, ਤੇ ਉਹ ਹਿੰਦੀ ਦੀ ਮੈਗਜ਼ੀਨਸ, ਛੋਟੀ ਛੋਟੀ ਮੈਗਜ਼ੀਨਸ ਆਉਂਦੀਆਂ ਸੀ ਘਰ ਵਿੱਚ ਮੇਰੇ ਵਾਸਤੇ,
नंदन हो गया, सरिता हो गई, ते चंपक और इस तरह ਦੀ ਹਸਤੀ ਦੁਨੀਆ, ਇਸ ਤਰ੍ਹਾਂ ਦੀ ਛੋਟੀ ਛੋਟੀ ਹਿੰਦੀ ਦੀ ਮੈਗਜ਼ੀਨਸ ਮੈਨੂੰ ਦਿੰਦੇ ਸੀ ਤੇ ਮੈਨੂੰ ਬਚਪਨ ਤੋਂ ਬਹੁਤ ਸ਼ੌਕ ਸੀ ਕਹਾਣੀਆਂ ਪੜ੍ਹਨ ਦਾ, ਕਵਿਤਾਵਾਂ ਪੜ੍ਹਨ ਦਾ। ਲਿਖਦੀ ਨਹੀਂ ਸੀ ਤਾਂ ਮੈਂ ਅਜੇ ਬਹੁਤ ਛੋਟੀ ਸੀ, ਪਰ ਮੈਂ ਦੇਖਦੀ ਸੀ ਮੇਰੇ ਮਾਤਾ ਜੀ ਕੀ ਲਿਖਦੇ ਰਹਿੰਦੇ ਨੇ, ਇਕੱਲੇ ਬੈਠ ਕੇ ਪਤਾ ਨਹੀਂ ਕਿਹੜੀ ਸੋਚਾਂ ਵਿੱਚ ਡੁੱਬੇ ਰਹਿੰਦੇ ਨੇ, ਲਿਖਦੇ ਨੇ ਕੁਛ, ਤੇ ਕਹਾਣੀਆਂ ਕਵਿਤਾਵਾਂ ਉਹ ਲਿਖਦੇ ਸਨ। ਤੇ ਜਦੋਂ ਮੈਂ ਥੋੜੀ ਥੋੜੀ ਮੈਨੂੰ ਸਮਝ ਆਉਣ ਲੱਗੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਲਿਖਿਆ ਕਰੋ, ਆਪਣੇ ਜੋ ਮਨ ਦੇ ਭਾਵ ਨੇ ਉਹਨਾਂ ਨੂੰ ਕਾਗਜ਼ਾਂ ਤੇ ਉਕੇਰਿਆ ਕਰੋ। ਬਸ ਫਿਰ ਮੈਂ ਅਜੇ 6ਵੀਂ 7ਵੀਂ ਜਮਾਤ ਵਿੱਚ ਸੀ ਕਿ ਮੈਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ। ਬਹੁਤ ਵਧੀਆ ਜੀ। ਉਸ ਤੋਂ ਬਾਅਦ ਮੇਰੀਆਂ ਕਵਿਤਾਵਾਂ ਛਪਣ ਲੱਗ ਗਈਆਂ, ਕੋਈ ਮੈਗਜ਼ੀਨਸ ਵਿੱਚ, ਲਾਗੇ ਚਾਗੇ ਅਖਬਾਰਾਂ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ ਹਿੰਦੀ ਵਿੱਚ। ਮੈਂ ਹਿੰਦੀ ਵਿੱਚ ਲਿਖਣਾ ਸ਼ੁਰੂ ਕੀਤਾ ਸੀ, ਮੈਂ ਤੇ ਪੰਜਾਬੀ ਬਾਅਦ ਵਿੱਚ ਸਿੱਖੀ ਆ, ਤੇ ਉਹ ਲਿਖਣ ਦਾ ਮੇਰਾ ਇੱਕ ਸਫ਼ਰ ਸ਼ੁਰੂ ਹੋ ਗਿਆ ਸੀ। ਅੱਛਾ ਜੀ। ਉਹ ਜਦੋਂ ਫਿਰ ਮੇਰੇ ਡੈਡੀ ਨੇ ਕਿਹਾ ਅਜੇ ਤੁਸੀਂ ਛਪਵਾਣਾ ਔਰ ਲਿਖਣਾ ਅਜੇ ਤੁਸੀਂ ਥੋੜਾ ਰੋਕ ਲਓ, ਆਪਣੇ ਕੈਰੀਅਰ ਵੱਲ ਥੋੜਾ ਧਿਆਨ ਦਿਓ, ਤੁਸੀਂ ਬਹੁਤ ਜ਼ਿਆਦਾ ਇਸ ਤਰਫ ਹੋ ਗਏ ਹੋ। ਮੇਰੀ ਕਾਲਜ ਮੈਗਜ਼ੀਨਸ ਵਿੱਚ ਛਪਦੀਆਂ ਸੀ, ਮੈਂ ਕਿਧਰੇ ਆਪਣੇ ਨਜ਼ਦੀਕ ਕੋਈ ਸਟੇਜ ਤੇ ਜਾ ਕੇ ਕਵਿਤਾਵਾਂ ਪੜ੍ਹਦੀ ਸੀ, ਤੇ ਮੇਰੇ ਡੈਡੀ ਨੇ ਕਿਹਾ ਕਿ ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ, ਇਸ ਕੰਮ ਵਾਸਤੇ ਤੁਹਾਡੀ ਸਾਰੀ ਜ਼ਿੰਦਗੀ ਪਈ ਹੈ ਤੇ ਮੈਂ ਵੀ ਨਹੀਂ ਤੁਹਾਨੂੰ ਕਦੇ ਟੋਕਣਾ, ਤੇ ਤੁਸੀਂ ਪਹਿਲੇ ਆਪਣੀ ਕੈਰੀਅਰ ਵੱਲ ਧਿਆਨ ਦਿਓ, ਉਸ ਤੋਂ ਬਾਅਦ ਲਿਖਣ ਦਾ ਸ਼ੁਰੂਆਤ ਕਰੋ ਅੱਛੀ। ਫਿਰ ਆਪਣੀ ਜਦੋਂ ਮੇਰੀ ਜੌਬ ਲੱਗ ਗਈ ਤੇ ਬਹੁਤ ਜ਼ਿਆਦਾ ਫਿਰ ਮੈਂ ਇਸ ਕੰਮ ਵੱਲ ਧਿਆਨ ਦਿੱਤਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਔਰ ਹੁਣ ਤੱਕ ਮੇਰੀਆਂ ਉਸ ਖੁਸ਼ੀ ਦੇ ਵਿੱਚ ਕਿ ਨਜ਼ਮ ਹੋ ਜਾਏ। ਹਾਂਜੀ, ਇਸ ਖੁਸ਼ੀ ਦੇ ਵਿੱਚ ਆਪਣੀ ਨਜ਼ਮ ਸੁਣਾ ਦੋ ਪਿਆਰੀ ਜੀ। ਹਾਂਜੀ ਹਾਂਜੀ, ਜ਼ਰੂਰ ਜੀ, ਜ਼ਰੂਰ ਜ਼ਰੂਰ। ਅਸੀਂ ਵਿੱਚ ਤੁਹਾਡੇ ਜ਼ਿੰਦਗੀ ਦੇ ਸਫ਼ਰ ਬਾਰੇ ਵੀ ਸੁਣਾਂਗੇ, ਤੁਹਾਡੀਆਂ ਨਜ਼ਮਾਂ ਵੀ ਸੁਣਾਂਗੇ। ਤਰੰਨੁਮ ਚ ਸੁਣਾਓ। ਅਸੀਂ ਜ਼ਰੂਰ ਸੁਣਾਵਾਂਗੇ ਜੀ ਨਜ਼ਮਾਂ। ਤਰੰਨੁਮ ਚ ਸੁਣਾਣਾ ਜੀ, ਮੈਂ ਤਰੰਨੁਮ ਵਿੱਚ ਸੁਣਾਉਂਦੀ ਹਾਂ ਜੀ। ਹਾਂਜੀ, ਇਹ ਚਟਪਟਾ ਛੰਦ ਸੁਣਾ ਰਹੀ ਹਾਂ ਆਪ ਜੀ ਦੇ ਸਨਮੁਖ ਹਾਂ। ਚਟਪਟਾ ਛੰਦ ਲੈ ਕੇ, ਹੁਣ ਜਿਵੇਂ ਅੱਗੋਂ ਸੌਣ ਦਾ ਮਹੀਨਾ ਆਣਾ ਤੇ ਤੀਆਂ ਦੇ ਮੇਲੇ ਵੀ ਲੱਗਣੇ ਹੈ, ਬੜਾ ਖੁਸ਼ਗਵਾਰ ਮਾਹੌਲ ਹੋਏਗਾ, ਤੇ ਉਸ ਬਾਰੇ ਇੱਕ ਚਟਪਟਾ ਛੰਦ ਵਿੱਚ ਆਪ ਜੀ ਨੂੰ ਸੁਣਾ ਰਹੀ ਹਾਂ। ਚਾਰ ਚੁਫੇਰੇ ਲੱਗ ਰਹੇ ਤੀਆਂ ਦੇ ਮੇਲੇ, ਕੰਮ ਨਿਬੇੜ ਕੇ ਤੁਰਨਾ ਸੀ ਠੰਡੇ ਵੇਲੇ, ਸੁਣਨੀ ਤੇਰੀ ਇੱਕ ਨਾ ਮੈਂ ਪੀਂਘ ਚੜਾਵਾਂ, ਕਰਕੇ 16 ਸ਼ਿੰਗਾਰ ਵੇ ਮੈਂ ਮੇਲੇ ਜਾਵਾਂ, ਕਰਕੇ 16 ਸ਼ਿੰਗਾਰ ਵੇ ਮੈਂ ਮੇਲੇ ਜਾਵਾਂ, ਕੁੜਤੀ ਲੈਣੀ ਹੈ ਰੇਸ਼ਮੀ ਮੈਂ ਲੈਣੀ ਚੂੜੀ, ਪਿੰਨੀ ਜਲੇਬੀ ਕੁਲਫੀ ਮੈਂ ਖਾਣੀ ਪੂੜੀ, ਤੀਆਂ ਦੇ ਨਾਲ ਰਲ ਕੇ ਮੈਂ ਸ਼ਗਨ ਮਨਾਵਾਂ, ਕਰਕੇ 16 ਸ਼ਿੰਗਾਰ ਵੇ ਮੈਂ ਮੇਲੇ ਜਾਵਾਂ, ਰੱਜ ਕੇ ਨੱਚਣਾ ਗਾਣਾ ਮੇਲੇ ਦਾ ਵੇਲਾ, ਗੱਡੇ ਤੇ ਹੈ ਜਾਣਾ ਨਾ ਲੱਗਣਾ ਤੇਲਾ, ਲੈ ਕੇ ਇੱਕ ਫੁਲਕਾਰੀ ਸ਼ਾਮੀ ਕਰ ਆਵਾਂ, ਕਰਕੇ 16 ਸ਼ਿੰਗਾਰ ਵੇ ਮੈਂ ਮੇਲੇ ਜਾਵਾਂ, ਕਰਕੇ 16 ਸ਼ਿੰਗਾਰ ਵੇ ਮੈਂ ਮੇਲੇ ਜਾਵਾਂ। ਬਹੁਤ ਵਧੀਆ ਜੀ, ਤੁਹਾਡੀ ਉਹ ਸੁਰੀਲੀ ਆਵਾਜ਼ ਦੇ ਵਿੱਚ ਤੇ ਹੋਰ ਤੀਆਂ ਦਾ ਮਜ਼ਾ ਹੀ ਆ ਗਿਆ, ਜਿਵੇਂ ਪੀਂਘਾਂ ਝੂਲ ਰਹੀਆਂ ਨੇ ਕੁੜੀਆਂ, ਕੋਈ ਗਿੱਧਾ ਪਾ ਰਹੀਆਂ ਨੇ,
सारा नज़ारा याद आ गया, कांगे आ गया। ਸਹੀ ਕਹਿ ਰਹੇ ਹੋ ਜੀ। ਪੰਜਾਬ ਜਿਹੜਾ ਹੈ ਉਹ ਮੇਲੇ ਬੜਾ ਆਨੰਦ ਮਾਣਦੇ ਨੇ ਲੋਕ। ਮੇਲਿਆਂ ਦਾ ਰੰਗ ਰੰਗੀਲਾ, ਰੰਗਲਾ ਕਹਿੰਦੇ ਨਾ, ਰੰਗਲਾ ਪੰਜਾਬ ਹੈ ਸਾਡਾ। ਸਾਡਾ बिल्कुल ਜਿਹੜਾ साडा ਕਲਚਰ पंजाब ਹੈ रंगला। ਉਸਦੇ ਵਿੱਚ ਮਿਠਾਸ ਹਾਂਜੀ ਬੋਲੀ ਵਿੱਚ, ਤੇ ਇੱਕ ਸਾਂਝੇ ਪੰਜਾਬ ਦਾ ਕਲਚਰ ਹੁੰਦਾ ਸੀ। ਬਸ ਸਾਰਾ ਇੱਕ ਸੱਭਿਆਚਾਰ ਹੁੰਦਾ ਸੀ, ਸਾਰੇ ਰਲ ਮਿਲ ਕੇ ਹਾਂਜੀ ਬੈਠਦੇ ਸੀ। ਬਸ ਇਹੀ ਸਾਡੇ ਪੰਜਾਬ ਦੀ ਖਾਸੀਅਤ ਹੈ, ਮੁਹੱਬਤਾਂ ਵੰਡਣਾ। ਜੀ ਤਾਂ ਹੁਣ ਤੁਸੀਂ ਦੱਸੋ ਕਿ ਆਫਟਰ ਐਜੂਕੇਸ਼ਨ ਤੁਸੀਂ ਕੀ ਕੀਤਾ? ਤੁਹਾਡਾ ਕੈਰੀਅਰ ਵੀ ਬਣ ਗਿਆ, ਉਸ ਤੋਂ ਬਾਅਦ ਤੁਸੀਂ ਹੁਣ ਅੱਜ ਕੱਲ੍ਹ ਕੀ ਕਰ ਰਹੇ ਹੋ? ਹਾਂਜੀ, ਮੇਰੀਆਂ 2 ਪੁਸਤਕਾਂ ਹੁਣ ਤੱਕ ਛਪ ਚੁੱਕੀਆਂ ਨੇ। ਵੈਰੀ ਗੁੱਡ। ਨਿਗੜ ਤੁਰਦੀਆਂ ਪੈੜਾਂ ਔਰ ਭਿੱਜੋ ਸਿਜੋ ਕੰਬਲੀ, ਇਹ 2 ਬਹੁਤ ਮੇਰੇ ਕਾਵਿ ਸੰਗ੍ਰਹਿ ਆ ਚੁੱਕੇ ਨੇ। ਬਾਕੀ ਕਾਫੀ ਕਾਵ ਸੰਗ੍ਰਹਿ ਜਿਹੜੇ ਨੇ, ਸਾਂਝੇ ਕਾਵ ਸੰਗ੍ਰਹਿ ਹੈ, ਉਹਨਾਂ ਵਿੱਚ ਮੇਰੀਆਂ ਕਵਿਤਾਵਾਂ ਸ਼ਾਮਿਲ ਹੋਈਆਂ। ਤੇ ਨਵਾਂ ਜ਼ਮਾਨਾ, ਮੁਹਾਂਦਰਾ, ਪ੍ਰਤਿਮਾਨ ਔਰ ਇਸ ਤਰ੍ਹਾਂ ਦੀ ਕਾਫੀ ਮੈਗਜ਼ੀਨਸ ਦੇ ਵਿੱਚ ਮੇਰੀਆਂ ਕਵਿਤਾਵਾਂ, ਕਹਾਣੀਆਂ ਨੂੰ ਨਜ਼ਰੀਆ ਮੈਗਜ਼ੀਨ ਆਂਦੀ ਸੀ। ਬਹੁਤ ਸਾਰੀਆਂ ਮੈਗਜ਼ੀਨਸ ਨੇ ਜਿਨ੍ਹਾਂ ਵਿੱਚ ਮੇਰੀਆਂ ਜਿਹੜੀਆਂ ਨੇ ਕਵਿਤਾਵਾਂ, ਉਹਨਾਂ ਨੂੰ ਸ਼ਾਮਿਲ ਕੀਤਾ ਗਿਆ। ਔਰ ਕਾਫੀ ਕਾਵ ਸੰਗ੍ਰਹਿ ਵੀ ਨੇ ਸਾਂਝੇ, ਜਿਨ੍ਹਾਂ ਵਿੱਚ ਕਵਿਤਾਵਾਂ ਸ਼ਾਮਿਲ ਹੋਈਆਂ। ਬਸ ਅੱਜ ਕੱਲ੍ਹ ਮੈਂ ਪੰਜਾਬੀ ਵਿੱਚ ਲਿਖਦੀ ਹਾਂ ਜੀ, ਕਹਾਣੀਆਂ, ਗੀਤ, ਕਵਿਤਾਵਾਂ, ਔਰ ਹਿੰਦੀ ਵਿੱਚ ਵੀ ਲਿਖਦੀ ਰਹਿੰਦੀ ਹਾਂ ਜੀ। ਤਾਂ ਪੰਜਾਬੀ ਦੀ ਮਿੰਨੀ ਕਹਾਣੀ ਸੁਣਾ ਦਿਓ, ਬਹੁਤ ਛੋਟੀ, ਤਾਂ ਕਿ ਵਿਊਅਰਸ ਵੀ ਆਨੰਦ ਮਾਣ ਸਕਣ। ਹਾਂਜੀ ਜ਼ਰੂਰ, ਪੰਜਾਬੀ ਦੀ ਮਿੰਨੀ ਕਹਾਣੀ ਮੈਂ ਸੁਣਾਉਂਦੀ ਹਾਂ। ਪਰ ਸ਼ਾਇਦ ਮੈਂ ਇੱਥੇ ਪੰਜਾਬੀ ਦਾ ਮਿੰਨੀ ਕਹਾਣੀ ਦਾ ਰਜਿਸਟਰ ਲੈ ਕੇ ਨਹੀਂ ਬੈਠੀ। ਮੈਂ ਕੋਈ ਹੁਣੇ ਗੱਲ। ਥੋੜੀ ਦੇਰ ਤੱਕ ਸੁਣਾਉਂਦੀ ਹਾਂ ਆਪ ਜੀ ਨੂੰ। ਹਾਂਜੀ ਹੁਣ ਮੈਂ ਆਪ ਜੀ ਨੂੰ ਕੁਝ ਕੋਈ ਹੋਰ ਆਪਣੀ ਕਵਿਤਾ ਹੀ ਸੁਣਾਉਂਦੀ ਹਾਂ ਜੀ। ਅੱਛਾ ਜੀ, ਬਹੁਤ ਵਧੀਆ ਜੀ। ਜੀ ਆਪ ਜੀ ਨੂੰ ਇੱਕ ਗੀਤ ਸੁਣਾ ਦੇਣੀ ਆ, ਗੀਤ ਸੁਣਾਉਂਦੀ ਆ ਆਪ ਜੀ ਨੂੰ। ਅੱਛਾ ਜੀ। ਹੋ ਨੀਲੇ ਨੀਲੇ ਅੰਬਰ ਉੱਤੇ, ਨੀਲੇ ਨੀਲੇ ਅੰਬਰ ਉੱਤੇ ਚਿੜੀਆਂ ਨੇ ਪਿਆਰੀਆਂ, ਕੱਚੇ ਪੱਕੇ ਖਾਲੀ ਹੀ ਚੁੰਝਾਂ ਨੇ ਸਵਾਰੀਆਂ। ਨੀਲੇ ਨੀਲੇ ਅੰਬਰ ਉੱਤੇ ਡਾਲੀਆਂ ਤੇ ਬੈਠੇ ਤੋਤੇ, ਬਟੇਰ ਚੇਤੇ ਆਉਂਦੇ ਨੇ, ਪਿੰਡ ਦੀਆਂ ਬੇਰੀਆਂ ਦੇ ਬੇਰ ਚੇਤੇ ਆਉਂਦੇ ਨੇ। ਨੀਲੇ ਨੀਲੇ ਅੰਬਰ ਉੱਤੇ ਲਾਲ ਪੀਲੇ ਫਲ ਮਿੱਠੇ ਮੇਰੇ ਮਨ ਨੂੰ ਪਾਉਂਦੇ ਸੀ, ਸਾਵੇ ਸਾਵੇ ਪੱਤਰਾਂ ਤੇ ਫੁੱਲ ਵੀ ਲੁਭਾਉਂਦੇ ਸੀ। ਰਾਹਗੀਰ ਹੋ ਜਾਂਦੇ ਸੀ, ਰਾਹਗੀਰ ਹੋ ਜਾਂਦੇ ਸੀ, ਵਿਭੋਰ ਚੇਤੇ ਆਉਂਦੇ ਨੇ, ਪਿੰਡ ਦੀਆਂ ਬੇਰੀਆਂ ਦੇ ਬੇਰ ਚੇਤੇ ਆਉਂਦੇ ਨੇ। ਨੀਲੇ ਨੀਲੇ ਅੰਬਰ ਉੱਤੇ ਨਿੱਕਾ ਵੀਰ ਨਾਲ ਸੀ ਹੁੰਦਾ, ਰੌਣਕ ਬੜੀ ਲਗਾਉਂਦਾ ਸੀ, ਸਾਵੇਂ ਖਾਵੇ ਲੁਕ ਲੁਕ ਕੇ ਤੇ ਬੋਝੇ ਭਰੀ ਜਾਂਦਾ ਸੀ। ਹੱਸਣਾ ਹਸਾਉਣਾ, ਹੱਸਣਾ ਹਸਾਉਣਾ ਸ਼ਾਮ ਸਵੇਰੇ ਚੇਤੇ ਆਉਂਦੇ ਨੇ,
ਪਿੰਡ ਦੀਆਂ ਬੇਰੀਆਂ ਦੇ ਬੇਰ ਚੇਤੇ ਆਉਂਦੇ ਨੇ, ਨੀਲੇ ਨੀਲੇ ਅੰਬਰ ਉੱਤੇ। ਸਿੱਧ ਗੋਸ਼ਟ ਕੀਤੀ ਬਾਬੇ ਇਸੇ ਰੁੱਖ ਦੀ ਛਾਵੇਂ ਜੀ, ਲੋਕ ਹੁੰਦੇ ਪੀਲਣੀ ਜੇ ਜਗ ਤੇ ਟਾਵੇਂ ਟਾਵੇਂ ਜੀ, ਰੰਗ ਕਈ ਵਿਰਾਸਤੀ ਰੁੱਖ ਦੇ ਹੋਰ ਚੇਤੇ ਆਉਂਦੇ ਨੇ, ਪਿੰਡ ਦੀਆਂ ਬੇਰੀਆਂ ਦੇ ਬੇਰ ਚੇਤੇ ਆਉਂਦੇ ਨੇ, ਨੀਲੇ ਨੀਲੇ ਅੰਬਰ ਉੱਤੇ, ਨੀਲੇ ਨੀਲੇ ਅੰਬਰ ਉੱਤੇ, ਨੀਲੇ ਨੀਲੇ ਅੰਬਰ ਉੱਤੇ। ਬਹੁਤ ਵਧੀਆ, ਬਹੁਤ ਵਧੀਆ। ਤੁਹਾਡੀ ਆਵਾਜ਼ ਇੰਨੀ ਪਿਆਰੀ ਹੈ, ਗੱਲਾਂ ਵੀ ਕਰੀ ਜਾਣੀਆਂ ਨੇ, ਤੁਹਾਡੀਆਂ ਨਜ਼ਮਾਂ ਵੀ ਸੁਣਨੀਆਂ। ਅੱਜ ਦੁਪਹਿਰ ਤੁਹਾਡੇ ਲੇਖੇ ਲਾਈ ਅਸੀਂ, ਤੁਹਾਡੀਆਂ ਰਚਨਾਵਾਂ। ਬਰਨਰਡ ਸ਼ਾ ਜਿਹੜੇ ਹੋਏ ਨੇ, ਜਾਰਜ ਬਰਨਰਡ ਸ਼ਾ, ਉਹ ਕਹਿੰਦੇ ਹੁੰਦੇ ਸੀ, ਬਿਊਟੀ ਇਜ਼ ਨਾਟ ਇਨ ਦਾ ਥਿੰਗ ਇਟਸੈਲਫ, ਬਿਊਟੀ ਇਜ਼ ਨਾਟ ਇਨ ਦਾ ਥਿੰਗ ਇਟਸੈਲਫ, ਇਟ ਲਾਈਜ਼ ਇਨ ਦਾ ਆਈਜ਼ ਆਫ ਵਿਊਅਰ। ਇਹ ਤੇ ਵੇਖਣ ਵਾਲੇ ਦੀ ਅੱਖ ਹੁੰਦੀ ਹੈ ਜੀ। ਔਰ ਮੈਂ ਵੀ ਤੁਹਾਨੂੰ ਇਹਦੇ ਬਾਰੇ ਦੱਸ ਦਿੰਦੀ ਹਾਂ, a thing of beauty is a joy forever। ਹਾਂਜੀ, ਯੈਸ, ਬਹੁਤ ਅੱਛਾ ਦੱਸਿਆ ਤੁਸੀਂ, ਬਹੁਤ ਖੂਬ। ਤੇ ਇੰਨੀ ਛੋਟੀ ਜ਼ਿੰਦਗੀ ਹੈ, ਇਹਦੇ ਵਿੱਚ ਅਸੀਂ ਖੂਬਸੂਰਤੀ ਨੂੰ ਖੋਜੀਏ। ਖੂਬਸੂਰਤੀ ਦੀਆਂ ਹਰ ਸ਼ਖਸ ਇੱਕ ਆਪਣੇ ਆਪ 'ਚ ਇੱਕ ਕਹਾਣੀ ਹੈ, ਇੱਕ ਨਜ਼ਮ ਹੈ, ਉਹਨੂੰ ਖੋਜੀਏ, ਇੱਕ ਦੂਜੇ ਦੀਆਂ ਗਲਤੀਆਂ ਨਾ ਕੱਢੀਏ। ਔਰ ਤੁਸੀਂ ਹੁਣ ਨਾਲ ਨਾਲ ਇਹ ਵੀ ਦੱਸੋ ਕਿ ਤੁਸੀਂ ਬੱਚਿਆਂ ਲਈ ਵੀ ਕੀ ਕੁਝ ਲਿਖਿਆ ਔਰ ਕਿੱਥੋਂ ਪ੍ਰੇਰਿਤ ਹੋਏ? ਹਾਂਜੀ, ਬੱਚਿਆਂ ਲਈ ਵੀ ਮੈਂ ਕਾਫੀ ਕੁਝ ਲਿਖਿਆ ਜੀ। ਬਾਲ ਕਵਿਤਾਵਾਂ ਤੋਂ ਹੀ ਅਸਲ ਵਿੱਚ ਮੈਂ ਸ਼ੁਰੂਆਤ ਕੀਤੀ ਸੀ। ਓਹੋ, ਫਿਰ ਤਾਂ ਇੱਕ ਬਾਲ ਕਵਿਤਾ ਵੀ ਸੁਣਾਂਗੇ। ਹਾਂਜੀ, ਜ਼ਰੂਰ ਜੀ। ਬਾਲ ਕਵਿਤਾਵਾਂ ਨਾਲ ਮੈਂ ਸ਼ੁਰੂਆਤ ਕੀਤੀ ਸੀ। ਪੰਜਾਬੀ ਅਕੈਡਮੀ ਤੋਂ ਇੱਕ ਪਰਚਾ ਛਪਦਾ ਸੀ, ਸਿੱਖਿਆ ਸੰਦੇਸ਼। ਹਾਂਜੀ ਜੀ, ਤੇ ਸਿੱਖਿਆ ਸੰਦੇਸ਼ ਪਰਚੇ ਵਿੱਚ ਮੇਰੀਆਂ ਕਵਿਤਾਵਾਂ ਲੱਗਦੀਆਂ ਹੁੰਦੀਆਂ ਸੀ, ਔਰ ਉਹਨਾਂ ਦਿਨਾਂ ਵਿੱਚ ਇਕਬਾਲਦੀਪ ਜੀ ਉਸ ਪਰਚੇ ਦੇ ਸੰਪਾਦਕ ਸਨ, ਤੇ ਉਸ ਪਰਚੇ ਵਿੱਚ ਮੇਰੀਆਂ ਕਵਿਤਾਵਾਂ ਕਾਫੀ ਆਉਂਦੀਆਂ ਸੀ ਜੀ, ਸਿੱਖਿਆ ਸੰਦੇਸ਼ ਪਰਚੇ ਵਿੱਚ। ਉਸ ਤੋਂ ਬਾਅਦ ਫਿਰ ਨਿੱਕੀਆਂ ਕਰੂੰਬਲਾਂ, ਜਿਹੜਾ ਕਿ ਪੰਜਾਬ ਤੋਂ, ਹਾਂਜੀ, ਔਰ ਪੰਖੜੀਆਂ ਮੈਗਜ਼ੀਨ, ਔਰ ਪ੍ਰਾਇਮਰੀ ਸਿੱਖਿਆ ਮੈਗਜ਼ੀਨ, ਜਿਹੜੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੇ ਆਪਣੀ ਮੈਗਜ਼ੀਨ ਕੱਢਦੇ ਨੇ, ਤੇ ਉਹਨਾਂ ਮੈਗਜ਼ੀਨਸ ਵਿੱਚ ਵੀ ਮੇਰੀਆਂ ਕਵਿਤਾਵਾਂ ਸ਼ਾਮਿਲ ਹੋਈਆਂ। ਓਕੇ, ਫਿਰ ਇੱਕ ਸੁਣਾ ਦੋ ਬਾਲ ਕਵਿਤਾ ਵੀ। ਅੱਜ ਅਸੀਂ ਬਾਲ ਕਵਿਤਾ, ਜਵਾਨੀ ਦੀ ਕਵਿਤਾ, ਤੁਹਾਡੇ ਕੋਲ ਸਟੈਪ ਬਾय ਸਟੈਪ ਸੁਣਨਾ ਸਭ ਕੁਝ। ਜਦੋਂ ਥੱਕ ਜਾਓਗੇ ਤਾਂ ਦੱਸ ਦੇਣਾ, ਅਸੀਂ ਉਦੋਂ ਅਸੀਂ ਬੰਦ ਕਰ ਦਾਂਗੇ। ਪਰ ਦਿਲ ਕਰਦਾ ਤੁਹਾਡੇ ਕੋਲ ਸੁਣਦੇ ਰਹੀਏ, ਤੁਹਾਡੀ ਆਵਾਜ਼ ਇੰਨੀ ਸੁਰੀਲੀ। ਜੀ, ਬਚਪਨ ਦੀ ਤਾਂ ਵੈਸੇ ਵੀ ਗੱਲ ਨਿਰਾਲੀ ਹੁੰਦੀ ਹੈ। ਬੱਚੇ ਜਿਵੇਂ ਵੀ ਬੋਲਦੇ ਨੇ, ਕਰਦੇ ਨੇ, ਜੋ ਸਾਡਾ ਬਚਪਨ ਰਿਹਾ ਹੈ, ਉਸ ਦੀਆਂ ਗੱਲਾਂ ਭਾਵੇਂ ਅਸੀਂ ਵੱਡੇ ਹੋ ਗਏ ਹਾਂ, ਅਸੀਂ ਹੁਣ ਤੱਕ ਕਰਦੇ ਹਾਂ, ਤੇ ਆਨੰਦ ਆਉਂਦਾ ਸਾਨੂੰ ਕਿ ਬਚਪਨ ਵਿੱਚ ਕਿਵੇਂ ਸਾਡੀ ਕਿਵੇਂ ਉਡਾਨ ਹੁੰਦੀ ਸੀ। ਅਸੀਂ ਸੋਚਦੇ ਸੀ ਅਸੀਂ ਅੰਬਰਾਂ ਨੂੰ ਛੂ ਸਕਦੇ ਹਾਂ, ਅਸੀਂ ਇਹ ਕਰ ਸਕਦੇ ਹਾਂ। ਜੋ ਖੇਡ ਖੇਡਦੇ ਸੀ, ਸਾਡੇ ਹੌਸਲੇ ਕਿੰਨੇ ਬੁਲੰਦ ਹੁੰਦੇ ਸੀ, ਤੇ ਸੋਚ ਕੇ ਬਹੁਤ ਹਾਸਾ ਵੀ ਆਉਂਦਾ ਹੈ, ਔਰ ਕਦੀ ਕਦੀ ਅਸੀਂ ਸੋਚਦੇ ਵੀ ਹਾਂ ਆਪਣੇ ਬਾਰੇ ਕਿ ਅਸੀਂ ਇੰਨਾ ਕੁਝ ਕਰ ਲੈਂਦੇ ਸੀ, ਇੰਨਾ ਰਿਸਕ ਲੈ ਲੈਂਦੇ ਸੀ। ਔਰ ਹੁਣ ਜਿਹੜੀ ਇਹ ਲਾਈਫ, ਉਹਦੇ ਵਿੱਚ ਅਸੀਂ ਚੱਲ ਕੇ ਥੋੜਾ ਸਾਨੂੰ ਡਰ ਲੱਗਦਾ ਹੈ ਕਿ ਅਸੀਂ ਇੰਨਾ ਰਿਸਕ ਲੈਂਦੇ ਸੀ ਕਿ ਸਾਡੀ ਲੱਤ ਬਾਂਹ ਵੀ ਟੁੱਟ ਸਕਦੀ ਸੀ, ਅਸੀਂ ਇਸ ਤਰੀਕੇ ਨਾਲ ਖੇਡਦੇ ਸੀ। ਪਰ ਬਚਪਨ ਦੀ ਜਿਹੜੀ ਅਵਸਥਾ ਹੁੰਦੀ ਹੈ, ਉਹਦੇ ਵਿੱਚ ਬੜਾ ਜੋਸ਼ ਹੁੰਦਾ ਹੈ, ਬੜੀ ਖੁਸ਼ੀ ਹੁੰਦੀ ਹੈ, ਆਪਣੇ ਆਪ ਨੂੰ ਕੁਝ ਕਰ ਗੁਜ਼ਰਨ ਦੀ ਚਾਹ ਹੁੰਦੀ ਹੈ ਕਿ ਅਸੀਂ ਕੁਝ ਕਰੀਏ।
ਮੈਂ ਆਪ ਜੀ ਨੂੰ ਹਾਂਜੀ। ਇੱਕ ਗੀਤ ਸੁਣਾਉਂਦੀ ਹਾਂ ਜਿਸ ਦੇ ਵਿੱਚ ਹਮ, ਬਚਪਨ ਦਾ ਜ਼ਿਕਰ ਹੈ ਕਿ ਬਚਪਨ ਵਿੱਚ ਕਿਵੇਂ ਖੇਡਾਂ ਵਿੱਚ ਅਸੀਂ ਰੁੱਝ ਜਾਂਦੇ ਸੀ ਕਿ ਨਾ ਸਾਨੂੰ ਰੋਟੀ ਖਾਣੀ ਯਾਦ ਏ, ਨਾ ਹਮ, ਕੋਈ ਅਸੀਂ ਆਪਣੇ ਮਾਤਾ ਜੀ ਆਵਾਜ਼ ਦੇ ਰਹੇ ਨੇ ਤੇ ਅਸੀਂ ਕਹਿੰਦੇ ਸੀ ਅਸੀਂ ਆ ਰਹੇ ਹਾਂ ਆ ਰਹੇ ਹਾਂ, ਪਰ ਖੇਡਾਂ ਵਿੱਚ ਬੜੇ ਅਸੀਂ ਰੁੱਝੇ ਰਹਿੰਦੇ ਸੀ। ਤੇ ਮੈਂ ਆਪ ਜੀ ਨੂੰ ਇੱਕ ਗੀਤ ਸੁਣਾਉਂਦੀ ਹਾਂ। ਰੱਬਾ ਮੈਨੂੰ ਕਰ ਦੇ ਤੂੰ ਬੱਚਿਆਂ ਦੇ ਹਾਣ ਦਾ, ਰੱਬਾ ਮੈਨੂੰ ਕਰ ਦੇ ਵਾਹ। ਤੂੰ ਬੱਚਿਆਂ ਦੇ ਹਾਣ ਦਾ, ਜ਼ਿੰਦਗੀ ਦੇ ਰੋਸਿਆਂ ਨੂੰ ਹੱਸ ਕੇ ਉਡਾਣ ਦਾ, ਟੁੱਲ ਮਾਰ ਹੱਸਦੇ ਸੀ ਰੌਣਕਾਂ ਲੈ ਗਈਆਂ, ਟੁੱਲ ਮਾਰ ਹੱਸਦੇ ਸੀ ਰੌਣਕਾਂ ਲੈ ਗਈਆਂ, ਖੇਡਾਂ ਉਸ ਵੇਲੇ ਦੀਆਂ ਚੇਤਿਆਂ ਚ ਰਹਿ ਗਈਆਂ, ਖੇਡਾਂ ਉਸ ਵੇਲੇ ਦੀਆਂ ਚੇਤਿਆਂ ਚ ਰਹਿ ਗਈਆਂ, ਬਿਰਖਾਂ ਦੀ ਛਾਵੇਂ ਸਾਰੇ ਮਿਲਦੇ ਸੀ ਹਾਣੀ ਜੀ, ਕਿਹੜੀ ਖੇਡ ਖੇਡਣੀ ਏ ਬੁਣਦੇ ਸੀ ਤਾਣੀ ਜੀ, ਕੁਝ ਕਹਿਣ ਪਿੱਠੂ ਕੁਝ ਗੁੱਲੀ ਡੰਡਾ ਕਹਿ ਗਈਆਂ, ਖੇਡਾਂ ਉਸ ਵੇਲੇ ਦੀਆਂ ਚੇਤਿਆਂ ਚ ਰਹਿ ਗਈਆਂ, ਖੇਡਾਂ ਉਸ ਵੇਲੇ ਦੀਆਂ ਚੇਤਿਆਂ ਚ ਰਹਿ ਗਈਆਂ, ਲੱਕੜਾਂ ਨੂੰ ਛਿੱਲ ਕੇ ਤੇ ਗੁੱਲੀਆਂ ਬਣਾਉਣੀਆਂ, ਖੇਡ ਵਿੱਚ ਰੁੱਝ ਕੇ ਤੇ ਰੋਟੀਆਂ ਨਾ ਖਾਣੀਆਂ, ਮਾਵਾਂ ਵਾਰ-ਵਾਰ ਆ ਕੇ ਬੱਚਿਆਂ ਨਾ ਖਹਿ ਗਈਆਂ, ਖੇਡਾਂ ਉਸ ਵੇਲੇ ਦੀਆਂ ਬਹੁਤ ਵਧੀਆ। ਚੇਤਿਆਂ ਚ ਰਹਿ ਗਈਆਂ, ਖੇਡਾਂ ਉਸ ਵੇਲੇ ਦੀਆਂ ਚੇਤਿਆਂ ਚ ਰਹਿ ਗਈਆਂ, ਬੱਚਿਆਂ ਦੇ ਹੱਥਾਂ ਵਿੱਚੋਂ ਫੋਨ ਨਹੀਂ ਛੁੱਟਦਾ, ਤਾਈਓ ਰੋਲੇ ਰੱਪੇ ਵਾਲਾ ਸੋਮਾ ਨਹੀਂ ਫੁੱਟਦਾ, ਚੁੱਪਾਂ ਹੁਣ ਵੇੜਿਆਂ ਦੇ ਵਿੱਚ ਹੀ ਪੈ ਗਈਆਂ, ਖੇਡਾਂ ਉਸ ਵੇਲੇ ਦੀਆਂ ਚੇਤਿਆਂ ਚ ਰਹਿ ਗਈਆਂ, ਖੇਡਾਂ ਉਸ ਵੇਲੇ ਦੀਆਂ ਚੇਤਿਆਂ ਚ ਰਹਿ ਗਈਆਂ। ਬਹੁਤ ਵਧੀਆ ਤੁਸੀਂ ਸੁਣਾਉਂਦੇ। ਅੱਛਾ, ਹੁਣ ਤੁਸੀਂ ਇਹ ਦੱਸੋ, ਤੁਹਾਡਾ ਬਚਪਨ ਜੋ ਅੱਜ ਦੇ ਜ਼ਮਾਨੇ ਦੇ ਬਚਪਨ, ਤੁਸੀਂ ਕੀ ਫਰਕ ਮਹਿਸੂਸ ਕਰਦੇ ਹੋ? ਤੁਸੀਂ ਦੇਖਦੇ ਹੋ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਹੈ, ਨਸ ਭੱਜ ਮੱਚੀ ਹੋਈ ਹੈ, ਲੋਕ ਇੰਨੇ ਬਿਜ਼ੀ ਨੇ, ਬੱਚੇ ਇਕੱਲੇ ਇਕੱਲੇ ਹੋ ਗਏ ਨੇ, ਉਹਨਾਂ ਦੇ ਵਿੱਚ ਤੇ ਆਪਣੇ 'ਚ ਕੀ ਫਰਕ ਮਹਿਸੂਸ ਕਰ ਰਹੇ ਹੋ? ਦੇਖੋ, ਜਦੋਂ ਸਾਡਾ ਬਚਪਨ ਹੁੰਦਾ ਸੀ ਤਾਂ ਸਾਂਝੇ ਪਰਿਵਾਰ ਹੁੰਦੇ ਸੀ, ਇਕੱਲੇ ਪਰਿਵਾਰ ਇਸ ਤਰ੍ਹਾਂ ਦੇ ਨਹੀਂ ਹੁੰਦੇ ਸਨ, ਸਾਂਝੇ ਪਰਿਵਾਰ ਹੁੰਦੇ ਸਨ। ਕਿ ਸਾਡੇ ਦਾਦਾ ਨੇ, ਦਾਦੀ ਨੇ, ਕੋਈ ਭੈਣ ਨੇ, ਤਾਇਆ ਜੀ ਮਿਲੇ, ਮਾਸੀਆਂ ਮਿਲੀਆਂ। ਅੱਜ ਕੱਲ ਦੇ ਤੇ ਬੱਚਿਆਂ ਨੂੰ ਬਸ ਅੰਕਲ ਆਂਟੀ ਤੋਂ ਇਲਾਵਾ ਕੁਝ ਨਹੀਂ ਪਤਾ, ਉਹਨਾਂ ਨੂੰ ਕੋਈ ਉਹ ਬਿਲਕੁਲ। ਪਰਿਵਾਰ ਦਾ ਉਹ ਲੁਤਫ ਵੀ ਨਹੀਂ ਲੈ ਪਾਉਂਦੇ ਅੱਜ ਕੱਲ ਦੇ ਪਰਿਵਾਰ ਦੇ, ਕਿਉਂਕਿ ਇਕੱਲੇ ਇਕੱਲੇ ਸਭ ਹੋ ਗਏ ਨੇ। ਇਕੱਲੇ ਪਰਿਵਾਰਾਂ ਦੀ ਹੈ ਜਿਹੜੀ ਪਿਰਤ ਚੱਲ ਪਈ ਏ, ਬੱਚੇ ਕਿੱਥੇ ਰਹਿੰਦੇ ਨੇ, ਹਾਂਜੀ। ਮਾਂ-ਬਾਪ ਕਿੱਥੇ ਰਹਿੰਦੇ ਨੇ, ਦਾਦਾ ਦਾਦੀ ਕਿੱਥੇ ਨੇ, ਨਾਨਾ ਨਾਨੀ ਕਿੱਥੇ ਨੇ, ਉਹਨਾਂ ਨੂੰ ਇਹਨਾਂ ਰਿਸ਼ਤਿਆਂ ਬਾਰੇ ਕੋਈ ਜਾਣਕਾਰੀ ਘੱਟ ਹੀ ਹੁੰਦੀ ਹੈ। ਉਹ ਵਿਚਾਰੇ ਕਦੀ ਕਦਾ ਫੋਨ ਤੇ ਗੱਲ ਕਰ ਲਈ, ਚਲੋ ਪੜ੍ਹਾਈ ਦੇ ਰੁਝੇਵਿਆਂ ਵਿੱਚ ਰੁਝੇ ਰਹਿੰਦੇ ਨੇ, ਔਰ ਸਾਰਾ ਵਕਤ ਆਪਣਾ ਮੋਬਾਈਲ ਨੂੰ ਉਹਨਾਂ ਨੇ ਡਿਵੋਟ ਕੀਤਾ ਹੋਇਆ।
ਸਾਡੇ ਵੇਲਿਆਂ ਵਿੱਚ ਅਸੀਂ ਪਾਰਕ ਵਿੱਚ ਜਾਣਾ, ਖੋ ਖੋ ਖੇਡਣੀ, ਗੀਟੇ ਖੇਡਣੇ, ਤੇ ਅਸੀਂ ਕਿੰਨੀ ਤਰ੍ਹਾਂ ਦੀ ਗੁੱਲੀ ਡੰਡਾ ਵੀ, ਗੁੱਲੀਆਂ ਵੀ ਬਣਾ ਲੈਣੀਆਂ, ਤੇ ਬਹੁਤ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਸੀ। ਲੁਕਣ ਮਿੱਟੀ ਹੋ ਗਿਆ, ਟਿੱਪੀ ਟਿੱਪੀ ਟੈਪ, ਤੇ ਕਿੰਨੇ ਸਾਡੇ ਖੇਡ ਹੁੰਦੇ ਸੀ। ਤੇ ਕੋਟਲਾ ਛਪਾਕੀ, ਅਸੀਂ ਬਹੁਤ ਖੁਸ਼ ਹੁੰਦੇ ਸੀ। ਖੁੱਲੇ ਪਾਰਕ ਵਿੱਚ ਸਾਡਾ ਸ਼ਾਮ ਦਾ ਟਾਈਮ ਵੱਜਿਆ ਹੁੰਦਾ ਸੀ ਕਿ ਅਸੀਂ ਸਾਰੀ ਫਰੈਂਡਸ ਨੇ ਮਿਲਣਾ ਹੈ ਤੇ ਉੱਥੇ ਅਸੀਂ ਖੇਡਣਾ ਵੀ ਅੱਜ ਕੀ ਖੇਡ ਖੇਡੀਏ, ਪੀਂਘਾਂ ਝੂਟਣੀਆਂ ਤੇ ਕਦੀ ਖੇਡ ਖੇਡਣੀ। ਤੇ ਬੜਾ ਖੂਬਸੂਰਤ ਬਚਪਨ ਹੁੰਦਾ ਸੀ। ਅਸੀਂ ਯਾਦ ਕਰਦੇ ਹਾਂ ਤੇ ਬੜਾ ਚੰਗਾ ਲੱਗਦਾ ਹੈ ਕਿ ਬਚਪਨ ਵਿੱਚ ਕਿੰਨੇ ਅਸੀਂ ਨਿਸ਼ਚਿੰਤ ਹੁੰਦੇ ਸੀ, ਕਿਸੇ ਚੀਜ਼ ਦੀ ਫਿਕਰ ਨਹੀਂ, ਫਾਕਾ ਨਹੀਂ ਕੁਛ, ਬਸ ਆਪਣਾ ਖੇਡੀ ਚਲੋ। ਰੋਟੀ ਦੀ ਵੀ ਨਹੀਂ ਕੋਈ ਸਾਨੂੰ ਫਿਕਰ ਹੁੰਦੀ ਸੀ ਕਿ ਅਸੀਂ ਰੋਟੀ ਵੀ ਖਾਣੀ ਹੈ। ਲੇਕਿਨ ਅੱਜ ਕੱਲ ਦੇ ਬੱਚੇ ਜਿਹੜੇ ਨੇ, ਉਹ ਇਸ ਤਰ੍ਹਾਂ ਦਾ ਕਲਚਰ ਹੋ ਗਿਆ, ਇਸ ਤਰ੍ਹਾਂ ਦੇ ਮਾਂ-ਬਾਪ ਨੂੰ ਵੀ ਲੱਗਦਾ ਹੈ ਨਹੀਂ ਨਹੀਂ ਮਿੱਟੀ 'ਚ ਨਹੀਂ ਹੱਥ ਪਾਣਾ, ਗੰਦੇ ਹੋ ਜਾਂਦੇ ਨੇ। ਜਿਵੇਂ ਮਿੱਟੀ ਦੇ ਨਾਲ ਗੰਦਾ ਕੀ ਹੋਣਾ, ਮਿੱਟੀ ਤੇ ਆਪਣੀ ਮਾਂ ਹੁੰਦੀ ਹੈ। ਮਿੱਟੀ ਦੇ ਕੋਲੋਂ ਤੇ ਸਾਨੂੰ ਸਟਰੈਂਥ ਮਿਲ ਰਹੀ ਹੈ, ਸਾਨੂੰ ਤਾਕਤ ਮਿਲ ਰਹੀ ਹੈ ਮਿੱਟੀ ਕੋਲੋਂ। ਅੱਜ ਮਨੁੱਖ ਜਿੰਨਾ ਟੁੱਟ ਗਿਆ ਹੈ, ਆਪਣੀਆਂ ਜੜ੍ਹਾਂ ਤੋਂ ਜਿਵੇਂ ਦੂਰ ਜਾ ਰਿਹਾ ਮਨੁੱਖ, ਓਨਾ ਹੀ ਉਸਦੀਆਂ ਬਿਮਾਰੀਆਂ ਵੱਧ ਰਹੀਆਂ ਨੇ, ਓਨੀਆਂ ਉਸਦੀਆਂ ਫਿਕਰਾਂ ਵੱਧ ਰਹੀਆਂ ਨੇ, ਓਨੇ ਉਸਦੇ ਤਣਾਵ ਜਿਹੜੇ ਨੇ ਨਾ ਦਿਮਾਗ ਵਿੱਚ ਉਹ ਵੱਧ ਰਹੇ ਨੇ। ਸਿਹਤ ਠੀਕ ਨਹੀਂ ਰਹਿੰਦੀ, ਤਣਾਵ ਹੁੰਦਾ ਹੈ। ਤੇ ਇਹ ਸਭ ਕੰਮ ਕਿਉਂ ਵੱਧ ਰਹੇ ਨੇ? ਬੱਚੇ ਜਿਹੜੇ ਨੇ ਉਹ ਆਪਣੀ ਤਰਫੋਂ ਟੈਂਸ ਰਹਿੰਦੇ ਨੇ। ਛੋਟੇ ਛੋਟੇ ਬੱਚਿਆਂ ਨੂੰ ਤਣਾਵ ਸ਼ੁਰੂ ਹੋ ਗਏ ਨੇ ਕਿਉਂਕਿ ਉਹਨਾਂ ਨੇ ਤੇ ਬਸ ਮੋਬਾਈਲ ਨੂੰ ਹੀ ਦੇਖਿਆ ਕਿ ਮਾਂ-ਬਾਪ ਵੀ ਮੋਬਾਈਲ ਵਿੱਚ ਰੁੱਝੇ ਰਹਿੰਦੇ ਨੇ, ਦਾਦੀ ਵੀ, ਨਾਨੀ ਵੀ, ਤੇ ਸਾਰਾ ਅੱਜ ਕੱਲ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ ਹੈ ਤੇ ਉਹ ਕੋਈ ਖੇਡਾਂ ਨਹੀਂ ਰਹੀਆਂ, ਉਹਨਾਂ ਨੂੰ ਪਤਾ ਹੀ ਨਹੀਂ। ਉਹ ਤੇ ਕਿਤਾਬਾਂ ਵਿੱਚ ਪੜ੍ਹਨਗੇ ਕਿ ਇਹ ਵੀ ਕੋਈ ਖੇਡ ਹੁੰਦੀ ਸੀ। ਉਹਨਾਂ ਨੂੰ ਆਪਣੇ ਸਮੇਂ ਦੇ ਵਿੱਚ ਕੋਈ ਖੇਡਾਂ ਨਹੀਂ ਉਹਨਾਂ ਨੂੰ ਲੱਭਦੀਆਂ, ਬਸ ਉਹ ਘਰ ਦੇ ਵਿੱਚ ਹੀ ਹੋ ਕੇ ਬਹਿ ਗਏ ਨੇ। ਜਿਵੇਂ ਕਿ ਮੈਂ ਆਪਣੇ ਗੀਤ ਵਿੱਚ ਹੁਣੇ ਜ਼ਿਕਰ ਕੀਤਾ ਹੈ ਕਿ ਚੁੱਪਾਂ ਪੈ ਗਈਆਂ ਵਿਹੜਿਆਂ ਵਿੱਚ। ਚੁੱਪਾਂ ਇਸੇ ਗੱਲੋਂ ਪੈ ਗਈਆਂ ਨੇ ਕਿ ਸਾਰੇ ਜਣੇ ਮੋਬਾਈਲ ਲੈ ਕੇ ਬਹਿ ਜਾਂਦੇ ਨੇ। ਘਰ ਵਿੱਚ ਜਿੰਨੇ ਵੀ ਜੀ ਨੇ ਸਾਰੇ ਮੋਬਾਈਲ, ਕਿਸੇ ਨੇ ਲੈਪਟਾਪ, ਕਿਸੇ ਨੇ ਕੰਪਿਊਟਰ ਖੋਲ ਲਿਆ, ਤੇ ਉਹ ਘਰ ਦੇ ਵਿੱਚ ਹੁੰਦਿਆਂ ਸੁਣਦਿਆਂ ਵੀ ਆਪਸ ਵਿੱਚ ਗੱਲਬਾਤ ਨਹੀਂ ਹੁੰਦੀ ਉਹਨਾਂ ਦੀ। ਕਿੰਨਾ ਇੱਕ ਦੂਸਰੇ ਦੇ ਨਾਲ ਵੀ ਕਿੰਨੇ ਪਾੜੇ ਪੈ ਗਏ ਨੇ, ਦੱਸੋ। ਤੇ ਪੁਰਾਣੇ ਵੇਲਿਆਂ ਵਿੱਚ ਇੱਕ ਸੱਭਿਆਚਾਰ ਹੁੰਦਾ ਸੀ, ਇੱਕ ਜਿਵੇਂ ਕਹਿੰਦੇ ਨੇ ਨਾ, ਰੰਗ ਬੜੇ ਹੁੰਦੇ ਸੀ ਕਿ ਅਸੀਂ ਤੰਦੂਰ ਤੇ ਵੀ ਰੋਟੀਆਂ ਪਕਵਾਉਣ ਵਾਸਤੇ ਜਾਂਦੇ ਸੀ ਤੇ ਉੱਥੇ ਵੀ ਬੜੀ ਰੌਣਕ ਲੱਗਦੀ ਸੀ। ਜੋ ਆਂਟੀ ਸੀ ਉਧਰ ਬਹੁਤ ਰੌਣਕ ਲੱਗਦੀ ਸੀ, ਕਿੰਨੇ ਲੋਕ ਆਏ ਹੁੰਦੇ ਸੀ, ਵੰਨ ਸੁਵੰਨੀਆਂ ਗੱਲਾਂ। ਤੇ ਹੁਣ ਕੁਝ ਵੀ ਨਹੀਂ ਹੈਗਾ, ਬੱਚਿਆਂ ਕੋਲ ਕੋਈ ਰੌਣਕ ਨਹੀਂ ਹੈਗੀ। ਘਰ ਦੇ ਵਿੱਚ ਬਹਿ ਬਹਿ ਕੇ ਹਰ ਵਕਤ ਮੋਬਾਈਲ ਨਾਲ ਲੱਗ ਕੇ ਆਨਲਾਈਨ ਪੜ੍ਹਾਈ ਵੀ ਕਰਨੀ ਹੈ, ਆਨਲਾਈਨ ਉਹ ਦੋਸਤਾਂ ਨਾਲ ਵੀ ਗੱਲਾਂ ਕਰਨੀਆਂ ਨੇ, ਔਰ ਸੋਸ਼ਲ ਸਾਈਟਸ ਨੇ ਜਿਨ੍ਹਾਂ ਦੇ ਉੱਤੇ ਉਹ ਵਿਚਰਦੇ ਨੇ। ਛੋਟੇ ਛੋਟੇ ਬੱਚੇ ਤੁਸੀਂ ਦੇਖੋ, ਸਕੂਲਾਂ ਦੇ ਵਿੱਚ ਅਜੇ ਪੜ੍ਹਦੇ ਨੇ, ਅਜੇ 6ਵੀਂ ਵਿੱਚ ਆਏ ਹੁੰਦੇ ਨੇ, ਪਰ ਉਹ ਫੇਸਬੁੱਕ ਤੇ ਹੁੰਦੇ ਨੇ। ਮੈਂ ਦੇਖਦੀ ਹਾਂ ਤੇ ਉਹ ਕਿ ਛੋਟੇ ਛੋਟੇ ਬੱਚਿਆਂ ਦਾ ਕਿਵੇਂ ਦਾ ਰਹਿ ਗਿਆ, ਕਿ ਉਹਨਾਂ ਦਾ ਸਿਹਤ ਕਿਵੇਂ, ਉਹਨਾਂ ਦੀ ਵਿਕਾਸ ਕਿਵੇਂ ਹੋਏਗਾ ਉਹਨਾਂ ਦੇ ਦਿਮਾਗ ਦਾ। ਔਰ ਬਸ ਉਹਨਾਂ ਨੂੰ ਸਭ ਚੀਜ਼ਾਂ ਨਾਲੋਂ ਪਿਆਰਾ ਆਪਣਾ ਮੋਬਾਈਲ ਹੁੰਦਾ ਹੈ। ਤੇ ਲਾਈਫ ਬਹੁਤ ਜ਼ਿਆਦਾ ਚੇਂਜ ਹੋ ਗਈ ਹੈ, ਕੰਪਲਿਕੇਟਡ ਹੋ ਗਈ ਹੈ। ਕੰਪਲਿਕੇਸ਼ਨਸ ਤਦੇ ਆਉਂਦੀਆਂ ਨੇ। ਸਾਡਾ ਜਿਹੜਾ ਸੀ ਬਚਪਨ, ਉਹ ਬੜਾ ਖੁਸ਼ੀਆਂ ਭਰਿਆ ਹੁੰਦਾ ਸੀ। ਅਸੀਂ ਸੋਚਦੇ ਸੀ, ਛੁੱਟੀਆਂ 'ਚ ਪਲਾਨ ਕਰਦੇ ਸੀ ਹੁਣ ਮਾਸੀ ਦੇ ਘਰ ਜਾਣਾ ਹੈ, ਹੁਣ ਤਾਇਆ ਜੀ ਨੂੰ ਮਿਲਣ ਜਾਵਾਂਗੇ। ਤੇ ਤੁਹਾਡੇ ਤਾਇਆ ਜੀ ਦੀ ਗੱਲ ਤੋਂ ਯਾਦ ਆਇਆ, ਤੁਸੀਂ ਇੱਕ ਤਾਇਆ ਜੀ ਦੀ ਕਵਿਤਾ ਵੀ ਬੜੀ ਸੋਹਣੀ ਲਿਖੀ ਹੋਈ ਹੈ। ਹਾਂਜੀ, ਮੈਂ ਸੁਣਾਉਂਦੀ ਹਾਂ ਜੀ। ਤਾਇਆ ਜੀ ਦੇ ਪਿੰਡ, ਐਕਚੁਅਲੀ ਮੈਂ ਦਿੱਲੀ ਰਹਿੰਦੀ ਹਾਂ ਜੀ, ਮੇਰਾ ਦਿੱਲੀ ਵਿੱਚ ਹੀ ਜਨਮ ਹੋਇਆ। ਅੱਛਾ। ਮੈਂ ਕਦੀ ਪਿੰਡ ਨਹੀਂ ਸੀ ਵੇਖਿਆ ਕਿਉਂਕਿ ਮੈਂ ਸ਼ਹਿਰ ਦੀ ਕੁੜੀ ਹਾਂ, ਪਿੰਡ ਕਦੇ ਨਹੀਂ ਸੀ ਵੇਖਿਆ। ਤੇ ਬੜਾ ਮੇਰੇ ਦਿਲ ਵਿੱਚ ਖਿਆਲ ਆਉਂਦਾ ਸੀ ਕਿ ਮੈਂ ਪਿੰਡ ਵੇਖਾਂ ਕਦੇ ਜਾ ਕੇ, ਕਿ ਪਿੰਡ ਕਿਵੇਂ ਹੁੰਦਾ ਹੈ। ਆਪਣੇ ਪਿਤਾ ਜੀ ਨੂੰ ਕਿਹਾ, ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਪਿੰਡ ਦੇਖਣਾ ਹੈ।
ਉਹ ਕਹਿੰਦੇ ਨੇ ਅੱਛਾ ਪਿੰਡ ਦੇਖਣਾ ਹੈ ਤੇ ਅਸੀਂ ਆਪ ਜੀ ਨੂੰ ਦਰਬਾਰ ਸਾਹਿਬ ਮਤਲਬ ਅੰਮ੍ਰਿਤਸਰ ਸਾਹਿਬ ਲੈ ਕੇ ਚੱਲਾਂਗੇ। ਤੇ ਉੱਥੋਂ ਸਾਡੇ ਤਾਇਆ ਜੀ ਰਹਿੰਦੇ ਸੀ ਰਾਜਾ ਸਾਂਸੀ। ਰਾਜਾ ਅੱਛਾ। ਸਾਂਸੀ ਜਿਹੜਾ ਹੈ ਉਸ ਦੇ ਨਜ਼ਦੀਕ ਇੱਕ ਪਿੰਡ ਸੀ, ਉੱਥੇ ਤਾਇਆ ਜੀ ਦੀ ਫੈਮਿਲੀ ਰਹਿੰਦੇ ਸਨ। ਤੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਤੇ ਉੱਥੋਂ ਪਿੰਡ ਵੀ ਵਿਖਾਵਾਂਗੇ। ਮੈਨੂੰ ਖੇਤ ਵੇਖਣ ਦਾ ਬੜਾ ਚਾਅ ਸੀ ਕਿ ਖੇਤ ਕਿਵੇਂ ਫਸਲਾਂ ਲਹਿਰਾਂਦੀਆਂ ਨੇ, ਮੈਂ ਵੇਖਣਾ ਹੈ ਖੇਤਾਂ ਵਿੱਚ। ਤੇ ਉਹ ਦੱਸਦੇ ਸੀ ਵੀ ਬੰਬੀ ਦਾ ਪਾਣੀ ਬੜਾ ਠੰਡਾ ਹੁੰਦਾ ਹੈ ਤੇ ਬੜਾ ਆਨੰਦ ਆਉਂਦਾ ਹੈ। ਤੇ ਮੈਨੂੰ ਸੁਣ ਕੇ ਬੜੀ ਖੁਸ਼ੀ ਹੁੰਦੀ ਸੀ ਕਿ ਬਈ ਉਹ ਪਿੰਡਾਂ ਵਾਲੇ ਜਿਹੜੇ ਲੋਕ ਨੇ, ਵੇਖੋ ਕਿੰਨੀਆਂ ਤਾਜ਼ੀਆਂ ਸਬਜ਼ੀਆਂ ਖਾਂਦੇ ਨੇ, ਖੁੱਲੀ ਖੁਸ਼ਨਮਾ ਹਵਾ ਵਿੱਚ ਸਾਹ ਲੈਂਦੇ ਨੇ, ਉਹਨਾਂ ਨੂੰ ਕੋਈ ਬਿਮਾਰੀ ਨਹੀਂ ਨੇੜੇ ਆਉਂਦੀ। ਜਿਵੇਂ ਸ਼ਹਿਰ ਦੇ ਲੋਕ ਨੇ, ਹਰ ਵੇਲੇ ਵੇਖਦੇ ਹਾਂ ਅਸੀਂ ਦਿੱਲੀ ਵਿੱਚ ਤੇ ਭੀੜ ਭੜੱਕਾ ਬਹੁਤ ਹੈ, ਪੋਲਿਊਸ਼ਨ ਬਹੁਤ ਕਿਉਂ ਹੈ, ਟ੍ਰੈਫਿਕ ਬਹੁਤ ਜ਼ਿਆਦਾ ਹੈ ਇੱਥੇ, ਔਰ ਟ੍ਰੈਫਿਕ ਦੇ ਬਿਨਾ ਗੁਜ਼ਾਰਾ ਨਹੀਂ। ਹਰ ਬੰਦਾ ਸੋਚਦਾ ਹੈ ਸਮਾਂ ਕੀਮਤੀ ਹੈ, ਅਸੀਂ ਜਲਦੀ ਪੁੱਜਣਾ ਹੈ। ਤੇ ਕਾਰਾਂ ਨੇ, ਟਰੱਕ ਨੇ, ਬੱਸਾਂ ਨੇ, ਗੱਡੀਆਂ ਨੇ, ਬਹੁਤ ਭੀੜ ਹੈ, ਰਸ਼ ਹੈ। ਤੇ ਇਸ ਕਰਕੇ ਮੈਂ ਗਈ ਜਦੋਂ ਤਾਇਆ ਜੀ ਦੇ ਪਿੰਡ, ਤੇ ਮੈਨੂੰ ਬਹੁਤ ਚੰਗਾ ਲੱਗਾ। ਆਪਣੇ ਦਿਲ ਨੂੰ, ਉਹ ਮੇਰੀਆਂ ਯਾਦਾਂ ਜਿਹੜੀਆਂ ਨੇ, ਉਹ ਬੇਸ਼ਕੀਮਤੀ ਯਾਦਾਂ ਨੇ, ਉਹਨਾਂ ਨੂੰ ਥੋੜਾ ਕਵਿਤਾ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ ਜੀ, ਕੋਰੜਾ ਛੰਦ ਵਿੱਚ। ਆਪ ਜੀ ਨੂੰ ਸੁਣਾਉਂਦੀ ਹਾਂ ਤਾਇਆ ਜੀ ਦਾ ਪਿੰਡ। ਚੇਤੇ ਹੁਣ ਆਉਂਦਾ ਉਹ ਸਮਾਂ ਰੱਜ ਕੇ, ਚੇਤੇ ਹੁਣ ਆਉਂਦਾ ਉਹ ਸਮਾਂ ਰੱਜ ਕੇ, ਪਿੰਡ ਅਸੀਂ ਗਏ ਬੜਾ ਗੱਜ ਵੱਜ ਕੇ, ਤਾਏ ਨੇ ਪਿਆਰ ਜਤਾਇਆ ਸੀ ਬੜਾ, ਆਨੰਦ ਉੱਥੇ ਜਾ ਕੇ ਆਇਆ ਸੀ ਬੜਾ, ਛੁੱਟੀਆਂ ਹੋਈਆਂ ਅਸੀਂ ਖੁਸ਼ ਰੱਜ ਕੇ, ਕੱਚਾ ਘਰ ਵੇਖਦੀ ਮੈਂ ਭੱਜ ਭੱਜ ਕੇ, ਨੱਚ ਨੱਚ ਭਰਥੂ ਪਾਇਆ ਸੀ ਬੜਾ, ਆਨੰਦ ਉੱਥੇ ਜਾ ਕੇ ਆਇਆ ਸੀ ਬੜਾ, ਖੋਲਿਆ ਸੀ ਕਮਰਾ ਮੈਂ ਆਪ ਭੱਜ ਕੇ। ਤਾਇਆ ਜੀ ਦਾ ਘਰ ਬੜਾ ਵੱਡਾ ਸਾਰਾ ਸੀ, ਉਹਦੇ ਵਿੱਚ 8-9 ਕਮਰੇ ਹੈਗੇ ਸੀ ਜਿਹੜੇ ਕਿ ਬੰਦ ਪਏ ਸੀ। ਤੇ ਉਹਨਾਂ ਨੇ ਮੈਨੂੰ ਰੋਕਿਆ ਕਿ ਕਮਰੇ ਨੂੰ ਨਾ ਖੋਲੋ, ਪਰ ਉਹ ਬਚਪਨ ਦੀ ਜਿਹੜੀ ਅਵਸਥਾ ਹੁੰਦੀ ਹੈ ਨਾ ਕਿਸੇ ਦੀ, ਉਹ ਗੱਲ ਸੁਣਨੀ ਨਹੀਂ ਸੀ। ਤੇ ਮੈਂ ਕਮਰੇ ਦੇ ਵਿੱਚ, ਹਾਂਜੀ, ਤੇ ਮੈਂ ਭੱਜ ਕੇ ਜਾ ਕੇ ਕਮਰਾ ਖੋਲ ਦਿੱਤਾ ਸੀ। ਖੋਲਿਆ ਸੀ ਕਮਰਾ ਮੈਂ ਆਪ ਭੱਜ ਕੇ, ਉੱਡਣ ਕੁਕੜੀਆਂ ਮੈਨੂੰ ਵੱਜ ਵੱਜ ਕੇ, ਨਿਕਲੀਆਂ ਚੀਕਾਂ ਰੁਆਇਆ ਸੀ ਬੜਾ, ਆਨੰਦ ਉੱਥੇ ਜਾ ਕੇ ਆਇਆ ਸੀ ਬੜਾ, ਸਾਰੇ ਆਂਢੀ ਗੁਆਂਢੀ ਆਪ ਆਣ ਮਿਲਦੇ, ਖੁਸ਼ੀ ਗਮੀ ਹੁੰਦੀ ਸਾਰੇ ਆਣ ਰਲਦੇ, ਸਾਦਾ ਜੀਵਨ ਜਾਚ ਪਾਇਆ ਸੀ ਬੜਾ, ਆਨੰਦ ਉੱਥੇ ਜਾ ਕੇ ਆਇਆ ਸੀ ਬੜਾ, ਰੱਬ ਜਿਹੇ ਲੋਕ ਪਿੰਡ ਵਿੱਚ ਵਸਦੇ, ਕਰਨ ਮਸ਼ੱਕਤਾਂ ਤੇ ਰਹਿਣ ਹੱਸਦੇ, ਰੱਬ ਜਿਹੇ ਲੋਕ ਪਿੰਡ ਵਿੱਚ ਵਸਦੇ, ਕਰਨ ਮਸ਼ੱਕਤਾਂ ਤੇ ਰਹਿਣ ਹੱਸਦੇ, ਭਾਈਚਾਰਾ ਪਿੰਡ ਦਾ ਲੁਭਾਇਆ ਸੀ ਬੜਾ, ਆਨੰਦ ਉੱਥੇ ਜਾ ਕੇ ਆਇਆ ਸੀ ਬੜਾ, ਇੱਕ ਗੱਲ ਮੈਨੂੰ ਅਜੇ ਨਹੀਂ ਭੁੱਲਦੀ, ਵੇਖੇ ਖੇਤ ਨਾਲੇ ਕਿਵੇਂ ਬੰਬੀ ਚੱਲਦੀ, ਮੁਹੱਬਤਾਂ ਦਾ ਗੀਤ ਗਾਇਆ ਸੀ ਬੜਾ, ਆਨੰਦ ਉੱਥੇ ਜਾ ਕੇ ਆਇਆ ਸੀ ਬੜਾ, ਆਨੰਦ ਉੱਥੇ ਜਾ ਕੇ ਆਇਆ ਸੀ ਬੜਾ। ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਤੇ ਉਹਦੇ ਦ੍ਰਿਸ਼ ਚਿਤਰਨ ਪੇਸ਼ ਕਰ ਦਿੱਤਾ ਨਾਲ ਨਾਲ। ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਤੁਸੀਂ ਉਹਨਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅੱਜ ਦੇ ਜਿਹੜੇ ਬੱਚੇ ਨੇ, ਉਹਨਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਰੁਝੇਵਿਆਂ ਭਰੀ, ਜਿੱਦਾਂ ਤੁਸੀਂ ਦੱਸਿਆ, ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਸਾਡੇ ਜਿਹੜੇ ਪਿੰਡ ਨੇ, ਉਹ ਸਾਡਾ ਖਜ਼ਾਨਾ ਸਾਂਭੀ ਬੈਠੇ ਨੇ। ਜਿਹੜਾ ਸਾਡਾ ਸੱਭਿਆਚਾਰ ਹੈ ਪੰਜਾਬ ਦਾ, ਉਸਨੂੰ ਆਪਣੀਆਂ ਆਗੋਸ਼ ਵਿੱਚ ਲਪੇਟੀ ਬੈਠੇ ਨੇ, ਸੰਜੋਏ ਬੈਠੇ ਨੇ। ਉਹੀ ਸਾਡਾ ਅਸਲੀ ਸੱਭਿਆਚਾਰ ਹੈ, ਜਿਸ ਨੂੰ ਸਾਨੂੰ
ਜਾ ਕੇ ਵੇਖਣਾ ਚਾਹੀਦਾ ਹੈ। ਔਰ ਸਾਡੇ ਕਿਰਤੀ, ਸਾਡੇ ਕਿਸਾਨ ਭਰਾ ਜਿਹੜੇ ਨੇ, ਉਹਨਾਂ ਦੀ ਕੀ ਮੁਸ਼ਕਿਲਾਂ ਨੇ, ਕਿਵੇਂ ਉਹਨਾਂ ਮੁਸ਼ਕਿਲਾਂ ਨੂੰ ਹੱਲ ਕਰ ਸਕਦੇ ਹਾਂ ਅਸੀਂ। ਜਿਵੇਂ ਕਿ ਅਸੀਂ ਪੜ੍ਹਾਈਆਂ ਕਰ ਰਹੇ ਹਾਂ, ਅਸੀਂ ਸ਼ਹਿਰ ਵਿੱਚ ਬੈਠੇ ਹਾਂ, ਤੇ ਸਾਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਦੇ ਕੰਮ ਨੂੰ ਆਸਾਨ ਬਣਾਇਆ ਜਾਏ, ਕਿਉਂਕਿ ਉਹੀ ਅੰਨ ਉਪਜਾਉਂਦੇ ਨੇ ਤਾਂ ਅਸੀਂ ਖਾਂਦੇ ਹਾਂ। ਬਿਲਕੁਲ। ਔਰ ਸਾਡਾ ਪੁਰਾਣਾ ਜਿਹੜਾ ਸੱਭਿਆਚਾਰ ਹੈ ਸਾਡੇ ਸਾਂਝੇ ਪੰਜਾਬ ਦਾ, ਉਹ ਸਾਡੇ ਲਈ ਬਹੁਤ ਬੇਸ਼ਕੀਮਤੀ ਹੈ, ਉਸਨੂੰ ਸਾਂਭਣ ਦੀ ਜ਼ਰੂਰਤ ਹੈ। ਅਸੀਂ ਆਪਣੀਆਂ ਜੜ੍ਹਾਂ ਤੋਂ ਜਿਵੇਂ ਦੂਰ ਹੋਵਾਂਗੇ ਤਾਂ ਅਸੀਂ ਜ਼ਿਆਦਾ ਜੀ ਨਹੀਂ ਪਾਵਾਂਗੇ। ਅੱਜ ਮੈਂ ਕਿੰਨੇ ਘਰਾਂ ਵਿੱਚ ਵੇਖਿਆ ਹੈ ਕਿ ਉਹ ਪੰਜਾਬੀ ਦੀ ਵਰਤੋਂ ਬਹੁਤ ਘਟਦੀ ਜਾ ਰਹੀ ਹੈ ਉਹਨਾਂ ਦੇ ਘਰਾਂ ਵਿੱਚੋਂ, ਜਦਕਿ ਇਸ ਮੁੱਦੇ ਨੂੰ ਮੁੱਖ ਰੂਪ ਵਿੱਚ ਵਿਚਾਰਨ ਦੀ ਜ਼ਰੂਰਤ ਹੈ। ਅਸੀਂ ਪੰਜਾਬੀ ਹਾਂ ਤੇ ਸਾਨੂੰ ਪੰਜਾਬੀ ਹੀ ਬੋਲਣੀ ਚਾਹੀਦੀ ਹੈ। ਹਰ ਥਾਂ ਤੇ, ਹਰ ਜਗ੍ਹਾ ਸਾਨੂੰ ਜਾ ਕੇ ਪੰਜਾਬੀ ਹੀ ਬੋਲਣੀ ਚਾਹੀਦੀ ਹੈ। ਪੰਜਾਬੀ ਵਿੱਚ ਆਪਣੇ ਘਰ ਹੋਈਏ, ਬਾਹਰ ਹੋਈਏ, ਕਿਤੇ ਮੇਲੇ ਵਿੱਚ ਜਾਈਏ, ਜਿੱਥੇ ਵੀ ਜਾਈਏ, ਅਸੀਂ ਬੱਚਿਆਂ ਨੂੰ ਆਪਣੇ ਸੱਭਿਆਚਾਰ ਦੇ ਨਾਲ ਜਾਣੂ ਕਰਵਾਈਏ ਕਿ ਬੇਟਾ ਇਹ ਦੇਖੋ, ਇਹ ਸਾਡਾ ਇਤਿਹਾਸ ਹੈ, ਇਹ ਸਾਡਾ ਵਿਰਸਾ ਹੈ, ਸਾਡੀ ਵਿਰਾਸਤ ਹੈ। ਮੈਂ ਆਪ ਜੀ ਨੂੰ ਇੱਕ ਆਪਣੀ ਕਵਿਤਾ ਸੁਣਾਉਂਦੀ ਹਾਂ, ਫੁਲਕਾਰੀ। ਕਿ ਫੁਲਕਾਰੀ ਜਿਹੜੀ ਹੈ ਉਹ ਵੀ ਸਾਡੀ ਵਿਰਾਸਤ ਦਾ ਇੱਕ ਅੰਗ ਹੈ। ਅਸੀਂ ਦੱਸੀਏ ਸਭ ਨੂੰ ਕਿ ਫੁਲਕਾਰੀ ਕੀ ਹੁੰਦੀ ਹੈ। ਸੋਹਣੀ ਫੁਲਕਾਰੀ, ਸੋਹਣੀ ਫੁਲਕਾਰੀ ਰਹੇ ਮੂੰਹੋਂ ਬੋਲਦੀ, ਸੋਹਣੀ ਫੁਲਕਾਰੀ ਰਹੇ ਮੂੰਹੋਂ ਬੋਲਦੀ, ਪਿਆਰ ਵਾਲੇ ਰੰਗ ਦਿਲ ਵਿੱਚੋਂ ਟੋਲਦੀ, ਲੱਗੇ ਜਿਵੇਂ ਕੀਤੀ ਹੈ ਚਿੱਤਰਕਾਰੀ ਜੀ, ਪੰਜਾਬੀ ਵਿਰਸੇ ਦੀ ਸ਼ਾਨ ਫੁਲਕਾਰੀ ਜੀ, ਸਤਰੰਗੀ ਪੀਂਘ ਦੇ ਵਾਂਗ ਪਿਆਰੀ ਜੀ, ਸਾਹਿਤ ਦੇ ਰੂਪਾਂ 'ਚ ਢਲੀ ਸ਼ਿੰਗਾਰੀ ਜੀ, ਕੱਜਣ ਵਜੋਂ ਐ ਗਾਈ ਸਤਕਾਰੀ ਜੀ, ਕੱਜਣ ਵਜੋਂ ਐ ਗਈ ਸਤਕਾਰੀ ਜੀ, ਪੰਜਾਬੀ ਵਿਰਸੇ ਦੀ ਸ਼ਾਨ ਫੁਲਕਾਰੀ ਜੀ। ਬੈਠ ਤ੍ਰਿੰਜਣਾ 'ਚ ਮਾਂ ਕਰਦੀ ਤਿਆਰੀ ਸੀ, ਬੈਠ ਤ੍ਰਿੰਜਣਾ 'ਚ ਮਾਂ ਕਰਦੀ ਤਿਆਰੀ ਸੀ, ਰੀਝਾਂ ਦੇ ਰੰਗਾਂ ਨਾਲ ਬਣਦੀ ਮਿਆਰੀ ਸੀ, ਕੋਈ ਕਹੇ ਸੁਭਰ ਬਾਗ ਗੁਲਕਾਰੀ ਜੀ, ਪੰਜਾਬੀ ਵਿਰਸੇ ਦੀ ਸ਼ਾਨ ਫੁਲਕਾਰੀ ਜੀ। ਬੈਠ ਸਖੀਆਂ ਨਾਲ ਰੌਣਕ ਲਾਈਏ, ਰੰਗਲੇ ਧਾਗਿਆਂ ਨੇ ਸ਼ੋਭਾ ਵਧਾਈਏ, ਤੋਪਿਆਂ ਨਾਲ ਨਾਲ ਹੋਵੇ ਗੀਤਕਾਰੀ ਜੀ, ਪੰਜਾਬੀ ਵਿਰਸੇ ਦੀ ਸ਼ਾਨ ਫੁਲਕਾਰੀ ਜੀ। ਆਈ ਈਰਾਨ ਤੋਂ ਸੀ, ਕਲਾ ਨਿਰਾਲੀ ਸੀ, ਬੜੀ ਔਖੀ ਕੱਢਣੀ ਪੁੱਠੇ ਤੋਪੇ ਵਾਲੀ ਸੀ, ਖੱਦਰ ਦੇ ਕੱਪੜੇ ਉੱਤੇ ਫਨਕਾਰੀ ਜੀ, ਪੰਜਾਬੀ ਵਿਰਸੇ ਦੀ ਸ਼ਾਨ ਫੁਲਕਾਰੀ ਜੀ। ਬਹੁਤ ਵਧੀਆ, ਬਹੁਤ ਵਧੀਆ। ਕੱਪੜੇ ਦੀ ਕਾਢ ਮਹਾਨ ਹੈ, ਸੂਈ ਧਾਗੇ ਕੱਪੜੇ ਦੀ ਕਾਢ ਮਹਾਨ ਹੈ, ਦਾਜ ਵਿੱਚ ਦਿੰਦੇ ਜੋ ਲਾੜੀ ਦੀ ਜਾਨ ਹੈ, ਨਾਰੀ ਹੱਥ ਕਲਾ ਬਣੀ ਸ਼ਾਹਕਾਰੀ ਜੀ, ਪੰਜਾਬੀ ਵਿਰਸੇ ਦੀ ਸ਼ਾਨ ਫੁਲਕਾਰੀ ਜੀ। ਨਾਨਕਿਆਂ ਦੀ ਚੋਪ ਦਾ ਨਹੀਂ ਜਵਾਬ ਵੇ, ਸਿਰ ਤੇ ਸਜਾ ਲਾੜੀ ਲੱਗੇ ਲਾਜਵਾਬ ਵੇ, ਪੀੜ੍ਹੀਆਂ ਦੀ ਸਾਂਭੀਏ ਹੁਨਰਕਾਰੀ ਜੀ, ਪੰਜਾਬੀ ਵਿਰਸੇ ਦੀ ਸ਼ਾਨ ਫੁਲਕਾਰੀ ਜੀ। ਬਹੁਤ ਵਧੀਆ, ਬਹੁਤ ਵਧੀਆ। ਸ਼ਾਨ ਫੁਲਕਾਰੀ ਜੀ। ਬਹੁਤ ਸਾਰਾ ਨਜ਼ਾਰਾ ਪੇਸ਼ ਕਰ ਦਿੱਤਾ। ਕਢਾਈ ਕਿਵੇਂ ਕਰੀਦੀ ਸੀ, ਚੋਪ ਦੀ ਕਢਾਈ ਕਿਵੇਂ ਹੁੰਦੀ ਹੈ, ਸਭ ਕੁਝ ਇਹਦੇ ਵਿੱਚ ਦੱਸ ਦਿੱਤਾ ਤੁਸੀਂ। ਬਹੁਤ ਸੋਹਣਾ। ਹੋਰ ਇੱਕ ਜਾਂਦੇ ਇੱਕ ਨਜ਼ਮ ਹੋਰ ਸੁਣਾ ਜਾਓ ਜੇ ਤੁਹਾਨੂੰ। ਸਾਡਾ ਵਿਰਸਾ ਹੈ ਜਿਹਨੂੰ
ਅੱਜ-ਕੱਲ ਸ਼ਹਿਰ ਦੇ ਬੱਚੇ ਆਪਣੇ ਮੋਬਾਈਲ ਫੋਨਾਂ ਵਿੱਚ ਗੁੰਮ ਗਵਾਚ ਕੇ ਭੁਲਾ ਬੈਠੇ ਨੇ, ਜਿਸ ਨੂੰ ਦੱਸਣ ਦੀ ਜ਼ਰੂਰਤ ਹੈ ਜੀ। ਬਿਲਕੁਲ। ਹਾਂਜੀ, ਮੈਂ ਇੱਕ ਗੀਤ ਸੁਣਾ ਰਹੀ ਹਾਂ ਆਪ ਜੀ ਨੂੰ ਕਿ ਕਿਵੇਂ ਪੁਰਾਣੇ ਵੇਲਿਆਂ ਵਿੱਚ ਸਾਡਾ ਮਾਹੌਲ ਸੀ, ਸਾਡੇ ਦਾਦਾ ਦਾਦੀ, ਚਾਚਾ ਚਾਚੀ, ਤਾਇਆ ਤਾਈ, ਸਾਂਝੇ ਪਰਿਵਾਰ ਹੁੰਦੇ ਸੀ ਤੇ ਸਾਂਝੇ ਚੁੱਲ੍ਹੇ ਹੁੰਦੇ ਸੀ। ਕਿਵੇਂ ਰੋਟੀਆਂ ਵੀ ਪੱਕਦੀਆਂ ਸੀ ਸਾਂਝੀਆਂ ਤੇ ਗੱਲਬਾਤ ਹੁੰਦੀ ਸੀ ਆਪਸੀ ਰਿਸ਼ਤਿਆਂ ਬਾਰੇ, ਔਰ ਰੌਣਕਾਂ ਕਿਵੇਂ ਲੱਗਦੀਆਂ ਸੀ ਘਰਾਂ ਵਿੱਚ, ਉਸ ਬਾਰੇ ਮੈਂ ਇੱਕ ਗੀਤ ਲਿਖਿਆ ਜੀ, ਆਪ ਜੀ ਨਾਲ ਸਾਂਝਾ ਕਰ ਰਹੀ ਹਾਂ। ਬਿਲਕੁਲ। ਰੌਣਕਾਂ ਵਡੇਰਿਆਂ ਨਾਲ ਸਾਰੇ ਲੋਕ ਕਹਿੰਦੇ ਸੀ, ਦਾਦਾ ਤਾਇਆ ਚਾਚਾ ਸਾਰੇ ਰਲ ਮਿਲ ਰਹਿੰਦੇ ਸੀ। ਭੋਲੇ ਭਾਲੇ ਸਮਿਆਂ ਦੀਆਂ ਫਰਿਆਦਾਂ ਰਹਿ ਗਈਆਂ, ਪੁਰਾਣੇ ਵੇਲੇ ਦੀਆਂ ਹੁਣ ਤਾਂ ਯਾਦਾਂ ਰਹਿ ਗਈਆਂ, ਪੁਰਾਣੇ ਵੇਲੇ ਦੀਆਂ ਹੁਣ ਤਾਂ ਯਾਦਾਂ ਰਹਿ ਗਈਆਂ। ਸਿਰ ਕੱਜ ਕੇ ਸ਼ਬਦ ਕੋਈ ਸੁਆਣੀਆਂ ਨੇ ਗਾਉਂਦੀਆਂ, ਪਿਆਰ ਦਾ ਪਲਿਥਣ ਲਾ ਕੇ ਰੋਟੀਆਂ ਪਕਾਉਂਦੀਆਂ, ਸਾਂਝੇ ਚੁੱਲ੍ਹੇ ਮੂਰੇ ਪ੍ਰੀਤ ਪ੍ਰਾਣੀਆਂ ਬਹਿ ਗਈਆਂ, ਪੁਰਾਣੇ ਵੇਲੇ ਦੀਆਂ ਹੁਣ ਤਾਂ ਯਾਦਾਂ ਰਹਿ ਗਈਆਂ, ਪੁਰਾਣੇ ਵੇਲੇ ਦੀਆਂ ਹੁਣ ਤਾਂ ਯਾਦਾਂ ਰਹਿ ਗਈਆਂ। ਵਾਹ। ਆਟਾ ਗੁੰਨੇ ਕੋਈ ਵੇਲੇ ਕਰਦੀਆਂ ਤਿਆਰੀਆਂ, ਤਾਜ਼ੀ ਰੋਟੀ ਪੱਕਣ ਦੀਆਂ ਖੁਸ਼ਬੂਆਂ ਖਿਲਾਰੀਆਂ, ਸਾਦੀ ਜਿਹੀ ਜਿੰਦੜੀ ਦੀਆਂ ਰੀਝਾਂ ਲੈ ਗਈਆਂ, ਪੁਰਾਣੇ ਵੇਲੇ ਦੀਆਂ ਹੁਣ ਤਾਂ ਯਾਦਾਂ ਰਹਿ ਗਈਆਂ। ਪੰਜਾਬੀ ਵਿਰਸੇ ਦੇ ਸੰਗ ਰੂਹਾਂ ਰੁਸ਼ਨਾਣੀਆਂ, ਲੰਗਰ ਪਕਾਉਣੇ ਕਦੇ ਈਦਾਂ ਸੀ ਮਨਾਣੀਆਂ, ਸਾਦੇ ਰੰਗ ਟੰਗ ਦੀਆਂ ਕੰਧਾਂ ਨੇ ਢਹਿ ਗਈਆਂ, ਪੁਰਾਣੇ ਵੇਲੇ ਦੀਆਂ ਹੁਣ ਤਾਂ ਯਾਦਾਂ ਰਹਿ ਗਈਆਂ, ਪੁਰਾਣੇ ਵੇਲੇ ਦੀਆਂ ਹੁਣ ਤਾਂ ਯਾਦਾਂ ਰਹਿ ਗਈਆਂ। ਬਹੁਤ ਸੋਹਣਾ, ਬਹੁਤ ਸੋਹਣਾ। ਪੁਰਾਣਾ ਵੇਲਾ ਜਿਹੜਾ ਸੀ, 올ਡ ਇਜ਼ ਗੋਲਡ। ਜੀ ਹਾਂਜੀ, ਬਹੁਤ ਠੀਕ ਕਿਹਾ ਜੀ। ਪੁਰਾਣੇ ਵੇਲੇ ਬਹੁਤ ਚੰਗੇ ਹੁੰਦੇ ਸੀ, ਜਿਨ੍ਹਾਂ ਵਿੱਚ ਸਾਡੇ ਮਾਂ-ਬਾਪ ਵੀ ਹੁੰਦੇ ਸੀ ਔਰ ਸਾਨੂੰ ਕਿੰਨੇ ਗੁਣ, ਕਿੰਨੀਆਂ ਗੱਲਾਂ, ਕਿੰਨੇ ਹੱਥੀਂ ਕਿਰਤ ਕਰਨ ਬਾਰੇ ਦੱਸਦੇ ਸੀ। ਬਿਲਕੁਲ। ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖਿਆ ਹੈ, ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਤਾਂ ਸਾਡੇ ਮਾਤਾ ਪਿਤਾ ਨੇ ਹਮੇਸ਼ਾ ਸਾਨੂੰ ਸੱਚ ਬੋਲਣ ਦੀ ਸਿੱਖਿਆ ਦਿੱਤੀ। ਉਹਨਾਂ ਨੇ ਕਿਰਤ ਕਰਨ ਬਾਰੇ ਦੱਸਿਆ। ਉਹਨਾਂ ਨੇ ਦੱਸਿਆ ਕਿ ਅਸੀਂ ਕਿਸੇ ਦੇ ਪੈਸੇ ਜਾਂ ਕਿਸੇ ਦੀ ਚੀਜ਼ ਵੱਲ ਕਦੇ ਅੱਖ ਨਹੀਂ ਰੱਖਣੀ ਹੈ। ਸਾਡਾ ਸੱਭਿਆਚਾਰ ਹੁੰਦਾ ਸੀ, ਜਿਹੜਾ ਕਿ ਅੱਜ ਦੇ ਬੱਚਿਆਂ ਨੂੰ ਦੱਸਿਆ ਨਹੀਂ ਜਾਂਦਾ। ਜਿਹੜੇ ਸਾਡੇ 10 ਨੂੰਹਾਂ ਦੀ ਕਿਰਤ ਹੈ, ਇਹੀ ਸਾਡੇ ਲਈ ਲਾਹੇਵੰਦ ਹੈ। ਅਸੀਂ ਸਿਰਫ ਇਸ ਦੇ ਨਾਲ ਹੀ ਗੁਜ਼ਾਰਾ ਕਰਨਾ ਹੈ। ਜਿੰਨੀ ਸਾਡੀ ਚਾਦਰ ਹੈ, ਉਸੇ ਤਰ੍ਹਾਂ ਅਸੀਂ ਓਨੇ ਹੀ ਪੈਰ ਪਸਾਰਨੇ ਨੇ ਤੇ ਵੰਡ ਕੇ ਛਕਣਾ ਹੈ। ਜੋ ਸਾਡੇ ਕੋਲ ਹੈ, ਅਸੀਂ
ਆਂਡੀਆਂ ਨੂੰ, ਗਵਾਂਢੀਆਂ ਨੂੰ, ਕੋਈ ਕਿਸੇ ਦੇ ਘਰ ਕੰਮ ਹੈ ਜਾਂ ਨਹੀਂ ਹੈ, ਉਹਨਾਂ ਨੇ ਰੋਟੀ ਖਾ ਰਹੇ ਨੇ ਜਾਂ ਨਹੀਂ ਖਾ ਰਹੇ, ਅਸੀਂ ਸਭ ਗੱਲਾਂ ਦਾ ਧਿਆਨ ਰੱਖਣਾ ਹੈ ਆਪਣੇ ਸਮਾਜ ਪ੍ਰਤੀ, ਤੇ ਉਹਨਾਂ ਦੇ ਘਰ ਵੀ ਅਸੀਂ ਕੁਛ ਨਾ ਕੁਛ ਦੇ ਕੇ ਆਣਾ ਹੈ ਜਿੰਨੀ ਸਾਡੀ ਸਮਰੱਥਾ ਹੈ। ਬਿਲਕੁਲ। ਤੇ ਇਸੇ ਸਿਲਸਿਲੇ ਵਿੱਚ ਮੈਂ ਆਪ ਜੀ ਨੂੰ ਇੱਕ ਗੀਤ ਸੁਣਾਉਂਦੀ ਹਾਂ ਜੋ ਮੇਰੇ ਮਾਂ ਬਾਪ ਬਾਰੇ ਔਰ ਜੋ ਮੇਰੀ ਪੁਰਾਣੀਆਂ ਯਾਦਾਂ ਬਾਰੇ ਲਿਖਿਆ ਹੋਇਆ ਹੈ, ਜ਼ਰੂਰ ਬਚਪਨ ਵਿੱਚ ਜਿਵੇਂ ਜ਼ਰੂਰ ਅਸੀਂ ਰਹਿੰਦੇ ਸੀ ਜ਼ਰੂਰ। ਜੀ। ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ, ਅਸੀਂ ਸੀ ਜੋ ਗਾਉਂਦੇ ਓ ਤਰਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ। ਮਾਂ ਸੀ ਪਕਾਉਂਦੀ ਰੋਟੀ ਪ੍ਰੀਤ ਭਰ ਕੇ, ਪਿਤਾ ਸੀ ਖੁਆਈ ਮੈਨੂੰ ਚੂਰੀ ਕਰਕੇ, ਮਾਂ ਸੀ ਪਕਾਉਂਦੀ ਰੋਟੀ ਪ੍ਰੀਤ ਭਰ ਕੇ, ਪਿਤਾ ਸੀ ਖੁਆਈ ਮੈਨੂੰ ਚੂਰੀ ਕਰਕੇ, ਕਿੱਥੇ ਗਏ ਘਰ ਤੇ ਘਰਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ। ਉਂਝ ਸੀ ਗਰੀਬੀ ਪਰ ਖੁਸ਼ੀ ਬੜੀ ਸੀ, ਉਂਝ ਸੀ ਗਰੀਬੀ ਪਰ ਖੁਸ਼ੀ ਬੜੀ ਸੀ, ਖੇਡ ਦੀ ਖੁਮਾਰੀ ਵੀ ਰਹਿੰਦੀ ਚੜੀ ਸੀ, ਵਾਣ ਨਾਲ ਹੱਥੀਂ ਅਸੀਂ ਮੰਜੇ ਬੁਣਦੇ, ਲੈ ਕੇ ਸਲਾਈਆਂ ਸਵੈਟਰ ਉਣਦੇ, ਪ੍ਰੀਤਾਂ ਵਾਲਿਓ ਪ੍ਰੀਤਾਂ ਵਾਲਿਓ ਅਫਸਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ। ਤਾਰਿਆਂ ਦੇ ਨਾਲ ਗੱਲ ਬਾਤ ਹੁੰਦੀ ਸੀ, ਤਾਰਿਆਂ ਦੇ ਨਾਲ ਗੱਲ ਬਾਤ ਹੁੰਦੀ ਸੀ, ਖੁੱਲੇ ਵਿਹੜੇ ਵਿੱਚ ਜਦੋਂ ਰਾਤ ਹੁੰਦੀ ਸੀ, ਰੱਖਣਾ ਬਨੇਰੇ ਅਸੀਂ ਦੀਵਾ ਜਾਣਦੇ, ਚੁੱਲ੍ਹੇ ਵਾਲੀ ਅੱਗ ਦਾ ਸੀ ਨਿੱਘ ਮਾਣਦੇ, ਉਮਰਾਂ ਨੇ ਦੱਬੇ ਜੋ ਉਮਰਾਂ ਨੇ ਦੱਬੇ ਜੋ ਖਜ਼ਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ, ਯਾਦ ਬੜਾ ਆਉਂਦੇ ਨੇ ਜ਼ਮਾਨੇ ਵਿਸਰੇ। ਬਹੁਤ ਵਧੀਆ, ਬਹੁਤ ਵਧੀਆ। ਮੈਨੂੰ ਯਾਦ ਆ ਰਿਹਾ ਚੁੱਲ੍ਹੇ ਦੀ ਅੱਗ ਦੇ ਵਿੱਚ ਛੋਟੇ ਛੋਟੇ ਆਲੂ ਹੁੰਦੇ ਸੀ, ਉਹ ਅਸੀਂ ਉਹਦੇ ਥੱਲੇ ਨੱਪ ਦਿੰਦੇ ਸੀ, ਉਹ ਸਵੇਰੇ ਉੱਠ ਕੇ ਉਹਨੂੰ ਕੱਢ ਕੇ ਖਾਈਦਾ ਸੀ। ਹਾਂਜੀ, ਅਸੀਂ ਵੀ ਛੋਲੀਆ ਹੁੰਦਾ ਸੀ ਜਿਹੜਾ, ਛੋਲੀਏ ਨੂੰ ਅੰਗੀਠੀ ਦੇ ਅੰਦਰ ਰੱਖ ਦਿੰਦੇ ਸੀ ਤੇ ਆਲੂ ਨਿੱਕੇ ਨਿੱਕੇ ਕਚਾਲੂ ਵਿੱਚ ਰੱਖ ਦਿੰਦੇ ਸੀ, ਤੇ ਇਹ ਸਭ ਜਿਹੜੀ ਖੁਸ਼ੀਆਂ ਨੇ ਨਾ, ਇਹ ਅੱਜ ਕੱਲ ਦੀ ਜਨਰੇਸ਼ਨ ਨੇ ਨਹੀਂ ਵੇਖੀਆਂ। ਮਾਨ ਵੀ ਨਹੀਂ ਸਕਦੀ। ਜਿਵੇਂ ਅਸੀਂ ਖੁੱਲੀ ਛੱਤ ਦੇ ਥੱਲੇ ਸੌਂਦੇ ਸੀ, ਮੰਜੇ ਡਾਂਦੇ ਸੀ, ਸ਼ਾਮ ਵੇਲੇ ਤਿਆਰੀਆਂ ਸ਼ੁਰੂ ਕਰ ਦਿੰਦੇ ਸੀ, ਸਾਰੇ ਮੰਜੇ ਡਾਂਦੋ, ਤੁਲਾਈਆਂ ਵਿਛਾਓ, ਦਰੀਆਂ ਵਿਛਾਓ। ਹੁਣ ਦੇ ਬੱਚਿਆਂ ਨੂੰ ਉਹ ਨਹੀਂ ਪਤਾ ਹੋਣਾ ਕਿ ਤੁਲਾਈਆਂ ਤੇ ਦਰੀਆਂ ਕੀ ਹੁੰਦੀਆਂ, ਖੇਸ ਕੀ ਹੁੰਦੇ ਨੇ।
ਤੇ ਹੁਣ ਇਹ ਜਿਹੜਾ ਤਾਂ ਪੁਰਾਣਾ ਸੱਭਿਆਚਾਰ ਹੈ ਸਾਡਾ, ਉਹ ਜਿਹੜਾ ਸਾਡਾ ਵਿਰਸਾ ਹੈ ਉਹ ਬਹੁਤ ਖੂਬਸੂਰਤ ਸੀ, ਜਿਹਨੂੰ ਯਾਦ ਕਰ ਕਰ ਅਸੀਂ ਖੁਸ਼ ਹੋ ਜਾਂਦੇ ਹਾਂ। ਸਾਡਾ ਖਜ਼ਾਨਾ ਸੀ ਉਹ ਜੀ। ਉਹ ਕਦਰਾਂ ਕੀਮਤਾਂ ਅਸੀਂ ਭੁੱਲਦੇ ਜਾ ਰਹੇ ਹਾਂ, ਪੁਰਾਣੀਆਂ ਕਦਰਾਂ ਕੀਮਤਾਂ। ਹਾਂਜੀ, ਹੁਣ ਜ਼ਮਾਨਾ ਅਗਾਂਹ ਨੂੰ ਬਹੁਤ ਤੁਰੀ ਜਾ ਰਿਹਾ ਹੈ ਤੇ ਬਿਲਕੁਲ ਲੇਕਿਨ डिजिटलाइजेशन हो गई है, तो फायदे भी ने, बहुत ज्यादा फायदे जी ने, लेकिन जी ਅਸੀਂ ਇਹਨੂੰ ਅਗਰ ਗਲਤ ਇਸਤੇਮਾਲ ਕਰਦੇ ਆ ਤਾਂ ਉਹਦੇ ਨੁਕਸਾਨ ਵੀ ਬੜੇ ਨੇ। ਫਾਇਦਾ ਤੇ ਹੈ, ਲੇਕਿਨ ਅਸੀਂ ਆਪਣੇ ਵਿਰਸੇ ਨੂੰ ਨਾਲ ਲੈ ਕੇ ਤੁਰਨਾ ਹੈ ਜੀ। ਆਪਣੀ ਬਿਲਕੁਲ ਪੰਜਾਬੀ ਮਾਂ ਬਿਲਕੁਲ, ਬੋਲੀ ਇਹ ਤੇ ਆਪਣਾ ਆਪਣੀ ਪੰਜਾਬੀ ਭਾਸ਼ਾ ਵਿਰਸਾ। ਸਾਡੀ ਉਹ ਨਾਲ ਜੀ ਤੁਰੇਗੀ ਤਾਂ ਹੀ ਤਾਂ ਪੰਜਾਬ ਵਿਕਸਿਤ ਹੋਏਗਾ, ਹੋਰ ਅੱਗੇ ਜਾਏਗਾ, ਉਹ ਤਾਂ ਸਾਰੀ ਹੀ ਦੁਨੀਆ। ਸਾਡੀ ਵੀ ਪ੍ਰੋਗਰੈਸ ਜਿਹਨੂੰ ਕਹਿੰਦੇ ਆ ਅਸੀਂ, ਉન્નਤੀ ਕਹਿੰਦੇ ਆ, ਤਦ ਹੀ ਸਾਡੀ ਹੋਏਗੀ। ਹਾਂਜੀ ਬਿਲਕੁਲ ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਫਰਮਾ ਰਹੇ। ਤੇ ਹੋਰ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤੇ ਅਸੀਂ ਫਿਰ ਅੱਜ ਦੀ ਸਭਾ ਇੱਥੇ ਹੀ ਸਮਾਪਤ ਕਰਦੇ ਹਾਂ। ਫਿਰ ਕਿਸੇ ਦਿਨ ਤੁਹਾਡੇ ਕੋਲੋਂ ਹੋਰ ਨਵੀਆਂ ਨਜ਼ਮਾਂ ਸੁਣਾਂਗੇ, ਔਰ ਸੈਸ਼ਨ ਪਿਓਰਲੀ ਨਜ਼ਮਾਂ ਦਾ ਹੀ ਹੋਵੇਗਾ। ਅਸੀਂ ਗੱਲਬਾਤ ਨਹੀਂ ਕਰਾਂਗੇ, ਤੁਹਾਡੀਆਂ ਨਜ਼ਮਾਂ ਹੀ ਸੁਣਾਂਗੇ ਲਾਈਵ। ਬਹੁਤ ਬਹੁਤ ਧੰਨਵਾਦ ਜ਼ਰੂਰ ਜੀ, ਜੀ, ਜ਼ਰੂਰ ਜ਼ਰੂਰ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸਾਰੇ ਜਿੰਨੇ ਸਾਡੇ ਦੇਖਣ ਵਾਲੇ ਸਾਡੇ ਨਾਲ ਜੁੜੇ ਸੀ, ਉਹਨਾਂ ਨੂੰ ਵੀ ਪ੍ਰੀਤਮਾ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਔਰ ਸਭ ਤੋਂ ਅਲਵਿਦਾ ਲੈਂਦੇ ਹਾਂ ਅਸੀਂ ਫਿਰ ਮਿਲਾਂਗੇ, ਫਿਰ ਜੁੜਾਂਗੇ, ਫਿਰ ਇੱਕ ਬੜੀ ਮਹਿਫਿਲ ਬੜੀ ਚੱਲੇਗੀ ਜੀ। ਬਹੁਤ ਬਹੁਤ ਸ਼ੁਕਰੀਆ ਉਹਨਾਂ ਸਭ ਲੋਕਾਂ ਦਾ ਜਿਹੜੇ ਇਸ कार्यक्रम ਨੂੰ, ਇਸ ਪ੍ਰੋਗਰਾਮ ਨੂੰ ਬੜੇ ਧਿਆਨ ਨਾਲ ਸੁਣ ਰਹੇ ਸੀ। ਸਾਡਾ ਉਹਨਾਂ ਨੇ ਸਾਥ ਦਿੱਤਾ, ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਤੇ ਆਪ ਜੀ ਦਾ ਵੀ ਭੈਣ ਜੀ ਬਹੁਤ ਜ਼ਿਆਦਾ ਧੰਨਵਾਦ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਵੀਵਰਸ ਦਾ ਵੀ, ਸੁਣਨ ਵਾਲਿਆਂ ਦਾ ਵੀ ਮੈਂ ਬਹੁਤ ਧੰਨਵਾਦ ਕਰਨੀ ਹੈ, ਜਿਨ੍ਹਾਂ ਨੇ ਇੰਨੇ ਸੋਹਣੇ ਕਮੈਂਟਸ ਕੀਤੇ ਔਰ ਇੰਜੋਏ ਕੀਤਾ, ਨੂੰ ਮਾਣਿਆ, ਤੁਹਾਡੇ ਸ਼ਿੰਗਾਰ ਰਸ ਨੂੰ ਮਾਣਿਆ ਨਜ਼ਮਾਂ ਨੇ, ਔਰ ਆਪਣਾ ਬਚਪਨ ਉਹਨਾਂ ਨੂੰ ਯਾਦ ਕਰਵਾਇਆ। ਬਹੁਤ ਬਹੁਤ ਧੰਨਵਾਦ ਪ੍ਰੀਤਮਾ ਜੀ। ਅੱਗੇ ਤੋਂ ਫਿਰ ਮਿਲਦੇ ਰਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ।